सच जुगाद सच है भी सच नानक होसी भी सच चक्कर जेहन अर बरन जात अर पात नहन जेह रूप रंग रेख भेख कऊ कह ना सख्त केह अचल मूरत अनुभव प्रकाश अमितोज कहिजै कोट इंदर इंदराण साहे साहान गणिजै त्रिभुवन महीप सुर नर असुर नेत नेत बांतरण कहत त्वै सर्वनाम कथ कवन कर्म नाम वर्णत सुमत कहाँ बुद्ध प्रभ तुष हमारी वर्ण सकै महिमा जो तिहारी हम ना सख्त कर सिफत तुम्हारी आप लिहो तुम कथा सुधारी मुँह की उच्चरै शास्त्र खाट पिंग गिरन चढ़ जाय अंध लखै बदरो सुनै जब काल कृपा कराय हवाया दूरों चल के मैं तकी तो सरणाए जियो मैं आशा रखी चित मह मेरा सबो दुख गवाए जियो सगल गुणा के दाते स्वामी बिनो सुनो एक दीना देहो दर्श नानक बलिहारी जीआड़ा बल बल कीना जेता समुंद सागर नीर भरिया तेते औगण हमारे दया करहो किश मेहर उपावहो डुबदे पत्थर तारे डंडौत बंदनन कबार सर्ब कला समरथ डोलन ते राखो प्रभु नानक दे कर हाथ डोलन ते राखो प्रभु नानक दे कर हाथ सतनाम श्री वाहिगुरु साहिब जी सोरठ महला पहला घर तीजा एक ओंकार सतगुर प्रसाद जात सुभावा तद ही गावा ता गावे का फल पावा गावे का फल होई जा आपे देवै सोई जा तिस भावा तद ही गावा ता गावे का फल पावा गावे का फल होई जा आपे देवै सोई मन मेरे गुरबचनी निध पाई ताते सच मह रहया समाई रहाओ गुर साखी अंतर जागी ता चंचल मत त्यागी गुर साखी का उजियारा ता मिटया सगल अंधियारा गुर चरनी मन लागा ता झमका मार्ग भागा भै विच निरभउ पाया ता सहज कै घर आया भणत नानक बूझै को विचारी अस जग मह करणी सारी करणी कीरत होई जा आपे मिलया सोई भणत नानक बूझै को विचारी इस जग मह करणी सारी करणी कीरत होई जा आपे मिलया सोई वाहिगुरु जी का खालसा वाहिगुरु जी की फतेह पदत पावन भगत वशल कृपा निधान मेहरां दे खजाने ज्योति स्वरूप
ਗਰੀਬ ਨਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੁਗੋ ਜੁਗ ਅਟਲ ਚਵਰ ਛਤਰ ਤਖਤ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦਰਸ਼ਨ ਬਖਸ਼ੇ। ਗੁਰੂ ਸਾਹਿਬ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਨਾਮ ਦੀ ਵਰਖਾ ਹੋ ਰਹੀ ਹੈ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਸਵਾਰਿਆਂ ਤੋਂ ਸਰਵਣ ਕਰਕੇ ਆਪਣੇ ਸਵਾਸ ਵਡਭਾਗੀ ਜਨਾਂ ਨੇ ਸਫਲੇ ਕੀਤੇ। ਲੜੀਵਾਰ ਗੁਰਬਾਣੀ ਦੀ ਕਥਾ ਰੋਜ਼ ਆਪਾਂ ਵਿਚਾਰਦੇ ਹਾਂ। ਸੋਠ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਪਏ ਨੇ। ਜਿਵੇਂ ਹਜ਼ੂਰ ਸਾਡੇ ਭਲੇ ਦਾ ਉਪਦੇਸ਼ ਬਖਸ਼ਦੇ ਹਨ, ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸੋਠ ਮਹੱਲਾ ਪਹਿਲਾ ਘਰ ਤੀਜਾ। ਸੋਠ ਰਾਗ ਹੈ, ਉਵੇਂ ਸੋਠ ਰਾਗਣੀ ਹੈ ਰਾਗ ਮਾਲਾ ਦੇ ਅਨੁਸਾਰ। ਸੋਠ ਗੋਂਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਣ ਗੁਨੀ ਉੱਚਾ ਸੁਰ ਸੂਹੋ ਪੁਨ ਕੀਨੀ ਮੇਘ ਰਾਗ ਸਿਓ ਪੰਚੋ ਚੀਨੀ। ਮੇਘ ਰਾਗ ਦੀ ਘਰ ਵਾਲੀ ਮੰਨੀ ਗਈ ਸੋਠ ਰਾਗਣੀ, ਪਰ ਆਪਾਂ ਆਪਣੀ ਬੋਲੀ ਵਿੱਚ ਰਾਗ ਹੀ ਸਾਰਿਆਂ ਨੂੰ ਕਹਿੰਦੇ ਹਾਂ। ਸੋਠ ਰਾਗ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਰਤਾਲ ਦੇ ਤੀਸਰੇ ਘਰ ਵਿੱਚ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਫਿਰ ਮੰਗਲ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਜੋ ਅਦਵੈਤ ਸਰੂਪ ਹੈ, ਜੋ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਚੇਤਨ ਸੱਤਾ ਬਖਸ਼ਣ ਵਾਲਾ ਹੈ, ਸਾਖੀ ਚੇਤਨ ਹੈ, ਜੋ ਸਾਰੀ ਸ੍ਰਿਸ਼ਟੀ ਦਾ ਸਾਰੀ ਪ੍ਰਕਿਰਤੀ ਦਾ ਜੋ ਸਤ ਚੇਤਨ ਆਨੰਦ ਸਰੂਪ ਹੈ, ਜਿਸ ਦੇ ਸਰੂਪ ਵਿੱਚ ਸਿਰਫ ਸੁੱਖ ਹੈ, ਕੋਈ ਚਿੰਤਾ, ਕੋਈ ਫਿਕਰ, ਕੋਈ ਝੋਰਾ, ਕੋਈ ਗਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ 'ਚ ਨਹੀਂ ਹੁੰਦਾ। ਇਸੇ ਕਰਕੇ ਜਿਹੜੇ ਪ੍ਰਮਾਤਮਾ ਵਿੱਚ ਭੇਦ ਹੁੰਦੇ ਨੇ ਉਹਨਾਂ ਦੇ ਸਾਰੇ ਦੁੱਖ ਮਿਟ ਜਾਂਦੇ, ਕੋਈ ਫਿਕਰ ਬਾਕੀ ਨਹੀਂ ਰਹਿੰਦਾ। ਜਿਹਨੂੰ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ, ਬੇਗਮਪੁਰਾ ਸ਼ਹਿਰ ਕੋ ਨਾਓ ਦੁਖ ਅੰਦੋ ਨਹੀਂ ਤਿਹ ਠਾਓ, ਨਾ ਤਸਵੀਸ ਖਰਾਜ ਨਾ ਮਾਲ ਨਾ ਖੌਫ। ਖੌਫ ਦਾ ਅਰਥ ਹੁੰਦਾ ਡਰ, ਨਾ ਖਤਾ ਨਾ ਤਰਸ ਜਵਾਲ। ਭਗਤ ਰਵਿਦਾਸ ਜੀ ਕਹਿੰਦੇ, ਮੈਂ ਜਿਸ ਸ਼ਹਿਰ ਦਾ ਵਾਸੀ ਹਾਂ ਉਹਨੂੰ ਬੇਗਮਪੁਰਾ ਕਹਿੰਦੇ ਨੇ। ਉੱਥੇ ਗਮ ਨਹੀਂ ਆ ਸਕਦਾ, ਡਰ ਨਹੀਂ ਆ ਸਕਦਾ, ਫਿਕਰ ਨਹੀਂ ਆ ਸਕਦਾ, ਸਦਾ ਆਨੰਦ ਵਿੱਚ ਟਿਕਿਆ ਹੋਇਆ ਮੇਰਾ ਸ਼ਹਿਰ ਹੈ, ਮੈਂ ਉਸ ਸ਼ਹਿਰ ਦਾ ਵਾਸੀ ਹਾਂ। ਹਾਲਾਂਕਿ ਭਗਤ ਰਵਿਦਾਸ ਸਾਹਿਬ ਜੀ ਦਾ ਜੇ ਆਪਾਂ ਬਾਹਰੀ ਜੀਵਨ ਦੇਖੀਏ ਤੇ ਗਰੀਬੀ ਵਾਲਾ ਸੀ, ਜੋੜੇ ਗੰਢ ਕੇ ਗੁਜ਼ਾਰਾ ਕਰਦੇ ਸੀ, ਪਰ ਕਹਿੰਦੇ ਨੇ ਮੈਂ ਜਿਸ ਆਨੰਦ ਵਿੱਚ ਹਾਂ ਉੱਥੇ ਕੋਈ ਚਿੰਤਾ ਨਹੀਂ ਹੁੰਦੀ। ਇਹਦਾ ਅਰਥ ਹੈ ਬ੍ਰਹਮ ਗਿਆਨ ਦੀ ਅਵਸਥਾ ਹੋਣ ਕਰਕੇ ਭਗਤ ਰਵਿਦਾਸ ਜੀ ਨੂੰ ਸਦਾ ਦਾ ਆਨੰਦ ਪ੍ਰਾਪਤ ਸੀ। ਦੁਨਿਆਵੀ ਤੌਰ ਤੇ ਦੇਖਣ ਨੂੰ ਭਾਵੇਂ ਸੁੱਖ ਨਹੀਂ ਸੀ ਕੋਈ ਹੈਗਾ, ਪਰ ਅੰਦਰੋਂ ਬਹੁਤ ਖੇੜਾ ਸੀ, ਬਹੁਤ ਸੁੱਖ ਸੀ। ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦਾ ਸੁੱਖ ਹੁੰਦਾ ਅਸਲ ਵਿੱਚ, ਜਿਹਨੂੰ ਆਪਾਂ ਕਹਿੰਦੇ ਆਨੰਦ ਸਤ ਚੇਤਨ ਆਨੰਦ ਸਰੂਪ। ਪਰਮਾਤਮਾ ਸਤ ਹੈ, ਸਦੀਵੀ ਹੈ, ਸਦਾ ਰਹਿਣ ਵਾਲਾ। ਫਿਰ ਉਹ ਚੇਤਨ ਹੈ, ਆਪਾਂ ਨੂੰ ਦੇਖ ਰਿਹਾ, ਸੁਣ ਰਿਹਾ। ਜੋ ਕੁਝ ਵੀ ਆਪਾਂ ਕਰਮ ਕਰਦੇ, ਬਲਕਿ ਸਾਰੀ ਸ੍ਰਿਸ਼ਟੀ ਦੇ ਜਿੰਨੇ ਜੀਵ ਜੋ ਵੀ ਕਰਮ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਸਭ ਦੇਖਦਾ ਪਿਆ, ਇਸ ਲਈ ਉਹਨੂੰ ਚੇਤਨ ਕਹਿੰਦੇ। ਉਹਦੀ ਚੇਤਨਤਾ ਸਾਰੀ ਪ੍ਰਕਿਰਤੀ ਵਿੱਚ। ਫਿਰ ਉਹ ਸੁਖ ਸਰੂਪ ਹੈ, ਆਨੰਦ ਸਰੂਪ ਹੈ। ਐਸੇ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੋਵੇ ਤੇ ਗੁਰੂ ਸਾਹਿਬ ਜੀ ਦੇ ਦਰ ਤੇ ਜਾਣਾ ਪਵੇਗਾ। ਬਿਨਾਂ ਗੁਰੂ ਸਾਹਿਬ ਤੋਂ ਅੱਜ ਤੱਕ ਕਿਸੇ ਨੂੰ ਪ੍ਰਮਾਤਮਾ ਮਿਲਿਆ ਨਹੀਂ ਔਰ ਨਾ ਕਦੀ ਮਿਲੇਗਾ। ਇਹ ਨਿਯਮ ਹੈ ਅਕਾਲ ਪੁਰਖ ਵਾਹਿਗੁਰੂ ਦੇ ਘਰ ਦਾ। ਜਿਸ ਨੂੰ ਵੀ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਗੁਰੂ ਸਾਹਿਬ ਜੀ ਦੇ ਕਰਕੇ ਹੀ ਹੋਈ। ਬਿਨਾਂ ਗੁਰੂ ਤੋਂ ਅੱਜ ਤੱਕ ਕੋਈ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਿਆ। ਸਤਿਗੁਰ ਪ੍ਰਸਾਦ ਦੇ ਅਰਥ ਨੇ ਗੁਰੂ ਸਾਹਿਬ ਜੀ ਦੀ ਕਿਰਪਾ। ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਇਹ ਮੰਗਲ ਕਰਕੇ ਫਿਰ ਅੱਗੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਜਾ ਤਿਸ ਭਾਵਾ ਤਦ ਹੀ ਗਾਵਾ। ਜੇ ਹੈ ਅਕਾਲ ਪੁਰਖ ਵਾਹਿਗੁਰੂ ਮੈਂ ਤੈਨੂੰ ਭਾ ਜਾਵਾਂ ਤਾਂ ਮੈਂ ਤੇਰੇ ਗੀਤ ਗਾ ਸਕਦਾ। ਤੇਰੀ ਸੋਭਾ ਮੈਂ ਤਾਂ ਕਰ ਸਕਦਾ ਜੇ ਤੈਨੂੰ ਚੰਗਾ ਲੱਗਾਂਗਾ। ਤੇ ਜੇ ਤੈਨੂੰ ਮੈਂ ਭਾਵਾਂ ਨਾ, ਚੰਗਾ ਨਾ ਲੱਗਾ, ਮੈਂ ਕਦੀ ਤੇਰੀ ਵਡਿਆਈ ਨਹੀਂ ਕਰ ਸਕਦਾ। ਇਹਦਾ ਅਰਥ
ਜਿਹੜੇ ਪ੍ਰਮਾਤਮਾ ਦੀ ਵਡਿਆਈ ਕਰਦੇ ਪਏ ਨੇ ਗੁਰਮੁਖ, ਉਹਨਾਂ ਉੱਤੇ ਪ੍ਰਮਾਤਮਾ ਖੁਸ਼ ਹੈ, ਉਹਨਾਂ ਉੱਤੇ ਪ੍ਰਮਾਤਮਾ ਪ੍ਰਸੰਨ ਹੈ। ਪ੍ਰਮਾਤਮਾ ਦੀ ਮਿਹਰਬਾਨੀ ਕਰਕੇ ਉਹ ਪ੍ਰਮਾਤਮਾ ਨੂੰ ਗਾ ਰਹੇ ਨੇ, ਨਹੀਂ ਤੇ ਕਦੀ ਪ੍ਰਮਾਤਮਾ ਨੂੰ ਜਪ ਨਹੀਂ ਸੀ ਸਕਦੇ ਜੇ ਪ੍ਰਮਾਤਮਾ ਉਹਨਾਂ ਤੇ ਪ੍ਰਸੰਨ ਨਾ ਹੁੰਦਾ। ਜਾਤ ਸੁਭਾਵਾ ਤਦ ਹੀ ਗਾਵਾਂ, ਤਾਂ ਹੀ ਗਾ ਸਕਦਾ ਜੇ ਤੈਨੂੰ ਭਾਵਾਂਗਾ ਤਾਂ ਗਾਵੇ ਕਾ ਫਲ ਪਾਵਾਂ। ਕਹਿੰਦੇ ਫਿਰ ਮੇਰਾ ਉਹ ਗਾਏ ਹੋਏ ਦਾ ਫਲ ਮੈਨੂੰ ਤਾਂ ਮਿਲੇਗਾ ਪ੍ਰਮਾਤਮਾ ਜੇ ਤੂੰ ਖੁਸ਼ ਹੋਵੇਂਗਾ। ਜੇ ਤੂੰ ਖੁਸ਼ ਨਹੀਂ ਤੇ ਗਾਏ ਹੋਏ ਦਾ ਵੀ ਫਲ ਕੌਣ ਦੇਵੇਗਾ? ਜਿਹੜਾ ਤੈਨੂੰ ਗਾਵਿਆ ਹੈ, ਕਹਿੰਦੇ ਨਾ ਕੋਈ ਗਾਵੇ ਕੋ ਸੁਣੇ ਕੋ ਉਚਰ ਸੁਣਾਵੇ, ਜਨਮ ਜਨਮ ਕੀ ਮਲ ਉਤਰੇ ਮਨ ਚਿੰਦਿਆ ਪਾਵੇ। ਭਾਵੇਂ ਕੋਈ ਗਾ ਲਵੇ, ਕੋਈ ਸੁਣ ਲਵੇ ਪ੍ਰਮਾਤਮਾ ਨੂੰ, ਉਸ ਨੂੰ ਫਾਲੇ ਮਿਲੇਗਾ, ਉਹਦੀ ਜਨਮਾਂ ਜਨਮਾਂ ਦੀ ਸੰਸਕਾਰਾਂ ਦੀ ਕਰਮਾਂ ਦੀ ਮੈਲ ਉਤਰ ਜਾਵੇਗੀ, ਮਨ ਨਿਰਮਲ ਹੋ ਜਾਵੇਗਾ। ਇਹ ਗਾਉਣ ਦਾ ਫਲ ਹੈ। ਪਰ ਕਹਿੰਦੇ ਇਹ ਫਲ ਵੀ ਤਾਂ ਹੀ ਮਿਲੇ ਨਾ ਜੇ ਪ੍ਰਮਾਤਮਾ ਖੁਸ਼ ਹੋਵੇ, ਜੇ ਪ੍ਰਸੰਨ ਹੋਵੇ ਪ੍ਰਮਾਤਮਾ ਤੇ ਗਾਏ ਹੋਏ ਦਾ ਫਲ ਦੇ ਦੇਵੇਗਾ। ਗਾਵੇ ਕਾ ਫਲ ਹੋਈ ਜਾਂ ਆਪੇ ਦੇਵੈ ਸੋਈ। ਕਹਿੰਦੇ ਗਾਏ ਹੋਏ ਦਾ ਫਲ ਉਹ ਅਕਾਲ ਪੁਰਖ ਵਾਹਿਗੁਰੂ ਆਪ ਦਿੰਦਾ ਗੁਰਮੁਖੋ। ਤਾਂ ਆਪਾਂ ਕੱਲ ਥੋੜੀ ਕੁ ਵਿਚਾਰ ਕੀਤੀ ਸੀ ਭਈ ਆਪਾਂ ਕਰਮ ਕਰ ਸਕਦੇ ਹਾਂ, ਫਲ ਨਹੀਂ ਲੈ ਸਕਦੇ। ਫਲ ਨਹੀਂ ਆਪਾਂ ਲੈ ਸਕਦੇ, ਕਰਮ ਕਰ ਸਕਦੇ ਹਾਂ। ਚੰਗੇ ਕਰਮ ਕਰਾਂਗੇ ਫਲ ਤਾਂ ਵੀ ਅਕਾਲ ਪੁਰਖ ਵਾਹਿਗੁਰੂ ਹੀ ਦੇਵੇਗਾ, ਆਪਾਂ ਆਪਣੇ ਆਪ ਫਲ ਨਹੀਂ ਪ੍ਰਾਪਤ ਕਰ ਸਕਦੇ। ਇਹ ਹੀ ਗੱਲ ਇੱਕ ਵਾਰ ਅਲੀ ਨੇ ਮੁਹੰਮਦ ਸਾਹਿਬ ਨੂੰ ਪੁੱਛੀ ਸੀ, ਕਿਉਂਕਿ ਉਹ ਬਹੁਤ ਸਤਿਕਾਰਯੋਗ ਪੈਗੰਬਰ ਸਨ। ਅਲੀ ਵੀ ਸਤਿਕਾਰਯੋਗ ਸੀ। ਅਲੀ ਨੇ ਮੁਹੰਮਦ ਸਾਹਿਬ ਨੂੰ ਆਖਿਆ ਵੀ ਮੁਹੰਮਦ ਸਾਹਿਬ, ਸਭ ਕੁਝ ਖੁਦਾ ਨੇ ਆਪਣੇ ਹੱਥ ਵਿੱਚ ਰੱਖਿਆ ਕਿ ਕੁਝ ਮਨੁੱਖ ਨੂੰ ਵੀ ਤਾਕਤ ਦਿੱਤੀ ਹੈ? ਬੰਦਾ ਵੀ ਕੁਝ ਕਰ ਸਕਦਾ ਕਿ ਸਭ ਕੁਝ ਖੁਦਾ ਹੀ ਕਰਦਾ? ਤਾਂ ਮੁਹੰਮਦ ਸਾਹਿਬ ਨੇ ਆਖਿਆ ਕੋਈ ਨਹੀਂ, ਕਿਸੇ ਦਿਨ ਤੈਨੂੰ ਜਵਾਬ ਦੇਵਾਂਗੇ। ਉਹ ਕਹਿੰਦਾ ਨਹੀਂ ਜੀ, ਜੇ ਪਿਆਸ ਅੱਜ ਲੱਗੀ ਹੋਵੇ ਤਾਂ ਪਾਣੀ ਅੱਜ ਚਾਹੀਦਾ, ਜੇ ਭੁੱਖ ਹੁਣ ਲੱਗੀ ਹੈ ਤੇ ਪ੍ਰਸ਼ਾਦਾ ਵੀ ਤਾਂ ਹੁਣ ਹੀ ਚਾਹੀਦਾ ਨਾ ਛਕਣ ਲਈ। ਸਵਾਲ ਮੈਂ ਅੱਜ ਕੀਤਾ ਤੇ ਮੈਨੂੰ ਜਵਾਬ ਵੀ ਅੱਜ ਹੀ ਦਿਓ। ਉਹ ਕਹਿੰਦੇ ਚੱਲ ਠੀਕ, ਤੂੰ ਏਦਾਂ ਕਰ ਅਲੀ, ਉੱਠ ਕੇ ਖੜਾ ਹੋ ਜਾ। ਉਹ ਅਲੀ ਉੱਠ ਕੇ ਖੜਾ ਹੋ ਗਿਆ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਇੱਕ ਪੈਰ ਆਪਣਾ ਉੱਪਰ ਚੱਕ ਲਾ ਜ਼ਮੀਨ ਤੋਂ। ਉਹ ਕਹਿੰਦਾ ਜੀ ਕਿਹੜਾ ਚੱਕਾਂ? ਕਹਿੰਦੇ ਤੇਰੀ ਮਰਜ਼ੀ ਹੈ, ਭਾਵੇਂ ਖੱਬਾ ਚੱਕ ਲਾ, ਸੱਜਾ ਚੱਕ ਲਾ, ਇੱਕ ਪੈਰ ਉੱਪਰ ਕਰ। ਉਹਨੇ ਇੱਕ ਪੈਰ ਉੱਪਰ ਚੱਕ ਲਿਆ ਜ਼ਮੀਨ ਤੋਂ। ਫਿਰ ਮੁਹੰਮਦ ਸਾਹਿਬ ਕਹਿਣ ਲੱਗੇ ਉਹ ਕਰ, ਹੁਣ ਦੋਨੋਂ ਪੈਰ ਉੱਪਰ ਕਰ ਲਾ, ਦੂਜਾ ਵੀ ਚੱਕ ਲਾ। ਉਹ ਕਹਿੰਦਾ ਜੀ ਦੂਜਾ ਨਹੀਂ ਮੈਂ ਚੱਕ ਸਕਦਾ, ਆ ਪਹਿਲਾ ਥੱਲੇ ਰੱਖਾਂਗਾ ਫਿਰ ਦੂਜਾ ਚੱਕ ਸਕਦਾ। ਜਿੰਨੀ ਦੇਰ ਪਹਿਲਾਂ ਨਹੀਂ ਥੱਲੇ ਰੱਖਦਾ ਦੂਜਾ ਕਿਵੇਂ ਚੱਕਾਂਗਾ? ਮੁਹੰਮਦ ਸਾਹਿਬ ਕਹਿੰਦੇ ਬਸ ਇਹ ਤੇਰੇ ਸਵਾਲ ਦਾ ਜਵਾਬ ਹੈ ਭਈ ਸਭ ਕੁਝ ਮਨੁੱਖ ਨਹੀਂ ਕਰ ਸਕਦਾ, ਸਭ ਕੁਝ ਤਾਂ ਪ੍ਰਮਾਤਮਾ ਹੀ ਕਰ ਸਕਦਾ। ਕੁਝ ਕੁ ਕਰਮ ਕਰਨ ਦੀ ਮਨੁੱਖ ਨੂੰ ਆਜ਼ਾਦੀ ਪ੍ਰਮਾਤਮਾ ਨੇ ਦਿੱਤੀ ਹੈ। ਜਿਵੇਂ ਤੂੰ ਸਿਰਫ ਇੱਕ ਪੈਰ ਚੱਕ ਸਕਦਾ, ਦੋਨੇ ਨਹੀਂ ਚੱਕ ਸਕਦਾ। ਤੂੰ ਖੱਬਾ ਜਾਂ ਸੱਜਾ ਚੱਕ ਸਕਦਾ, ਇਹ ਤੇਰੀ ਮਰਜ਼ੀ ਹੈ, ਇਹ ਆਜ਼ਾਦੀ ਤੈਨੂੰ ਹੈ। ਤੇਰੀ ਮਰਜ਼ੀ, ਤੂੰ ਖੱਬਾ ਵੀ ਚੱਕ ਸਕਦਾ, ਤੇਰੀ ਮਰਜ਼ੀ ਹੋਵੇ ਤਾਂ ਸੱਜਾ ਵੀ ਚੱਕ ਸਕਦਾ, ਪਰ ਦੋਨੇ ਨਹੀਂ ਚੱਕ ਸਕਦਾ ਨਾ। ਇਸੇ ਤਰ੍ਹਾਂ ਕੁਝ ਕਰਮ ਕਰਨ ਦੀ ਆਜ਼ਾਦੀ ਮਨੁੱਖ ਕੋਲੇ ਹੈਗੀ ਹੈ, ਫਲ ਪ੍ਰਾਪਤ ਜਿਹੜਾ ਉਹ ਮਨੁੱਖ ਨਹੀਂ ਕਰ ਸਕਦਾ। ਫਲ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਦੇਣਾ ਹੁੰਦਾ। ਫਲ ਨਹੀਂ ਆਪਾਂ ਪ੍ਰਮਾਤਮਾ ਤੋਂ ਲੈ ਸਕਦੇ, ਉਹ ਉਹੀ ਦੇਵੇਗਾ। ਪਰ ਕਰਮ ਕਰਨ ਦੀ ਆਜ਼ਾਦੀ ਆਪਾਂ ਨੂੰ ਦਿੱਤੀ ਹੈ। ਆਪਾਂ ਪਾਪ ਵੀ ਕਰ ਸਕਦੇ ਹਾਂ, ਆਪਣੀ ਮਰਜ਼ੀ ਆਪਾਂ ਪੁੰਨ ਵੀ ਕਰ ਸਕਦੇ ਹਾਂ। ਜਿਵੇਂ ਨੇ ਆਖਿਆ ਸੀ ਤੇਰੀ ਮਰਜ਼ੀ ਤੂੰ ਖੱਬਾ ਚੱਕ ਸਕਦਾ, ਤੇਰੀ ਮਰਜ਼ੀ ਤੂੰ ਸੱਜਾ ਚੱਕ ਸਕਦਾ। ਇੰਨੀ ਆਜ਼ਾਦੀ ਤੈਨੂੰ ਹੈ, ਪਰ ਸਾਰੀ ਤਾਕਤ ਤੈਨੂੰ ਨਹੀਂ ਦਿੱਤੀ ਵੀ ਤੂੰ ਦੋਨੋਂ ਪੈਰ ਇਕੱਠੇ ਚੱਕ ਲਵੇਂ। ਕਰਮ ਕਰ ਸਕਦਾ ਮਨੁੱਖ, ਇਹ ਉਹਦੀ ਮਰਜ਼ੀ ਹੈ, ਪਾਪ ਕਰੇ ਜਾਂ ਪੁੰਨ ਕਰੇ, ਚੰਗੇ ਕਰਮ ਕਰੇ ਜਾਂ ਮਾੜੇ ਕਰਮ ਕਰੇ, ਇਹ ਉਹਦੀ ਮਰਜ਼ੀ ਹੈ। ਕਰਮ ਕਰਨ ਦੀ ਆਜ਼ਾਦੀ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ ਹੋਈ ਆਪਾਂ ਨੂੰ। ਇਸੇ ਕਰਕੇ ਜਦੋਂ ਮਹਾਂਪੁਰਸ਼ ਆਉਂਦੇ ਨੇ ਜਾਂ ਗੁਰੂ ਸਾਹਿਬ ਜੀ ਨੇ ਅਵਤਾਰ ਲਿਆ, ਇਹ ਹੀ ਦੱਸਣ ਲਈ ਲਿਆ ਸੀ ਗੁਰਮੁਖਾ ਤੂੰ ਕਰਮ ਕਰ ਸਕਦਾ ਹੈ, ਪਰ ਕਰਮ ਵਿਚਾਰ ਕੇ ਕਰਨਾ, ਮਾੜੇ ਕਰਮ ਨਹੀਂ ਕਰਨੇ। ਚੰਗੇ ਕਰੇਗਾ ਤਾਂ ਤੇਰੀ ਪ੍ਰਾਰਬਧ ਚੰਗੀ ਬਣੇਗੀ, ਚੰਗੇ ਕਰਮ ਕਰੇਗਾ ਪਰਮਾਤਮਾ ਦੇ ਨੇੜੇ ਹੋ ਜਾਏਗਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਹਿੰਦੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਕੁਝ ਮਹਾਰਾਜ ਦੇ ਨੇੜੇ ਹੋ ਜਾਂਦੇ, ਕੁਝ ਬਹੁਤ ਦੂਰ ਹੋ ਜਾਂਦੇ, ਫਿਰ ਮਿਲ ਹੀ ਨਹੀਂ ਸਕਦੇ। ਕਈ ਯੁੱਗ ਬਤੀਤ ਹੋ ਜਾਂਦੇ, ਸਦੀਆਂ ਲੰਘ ਜਾਂਦੀਆਂ, ਪਰਮਾਤਮਾ ਨਾਲ ਮੇਲ ਨਹੀਂ ਹੁੰਦਾ।
क्योंकि कर्म इदां दे कर ले ना, इसलिए उन्होंने आख्या भी कर्म तू कर सकता है, कर्म करने की आज़ादी है, पर फल अकाल पुरख वाहिगुरू देवेगा। हाँ, ये जरूर तू ख्याल करना, सोच के कर्म करने। जिहड़ा कर्म तेनू महाराज ने करने की आग्ञा दी उही करना, जिस तो मना किया वो नहीं करना। ये दसन वास्ते ही संत महापुरुष आते हैं, नहीं तो आपां कौन सोझी देवे। आप आखांगे जी सानू कर्म करने की आज़ादी है। देखो रसना आपां नूं दित्ती परमात्मा ने, जबान बोलण वास्ते दित्ती है, इस नाल आपां बाणी भी पढ़ सकते हैं, महाराज जी के गुण गा सकते हैं, वडियाई कर सकते हैं, पर ये आपां मंदा भी बोल सकते हैं, किसी नूं गालां कढ़ सकते हैं, फिक्के बोल सकते हैं, किसी की निंदिया भी कर सकते हैं, इसे रसना ना ही। ये हुण आपां देखना भी की करना, किस कर्म का की फल मिलेगा, ये गुरु साहब जी ने दस दिता। ये महापुरुष दस दिंदे भाई जे निंदा करेंगे इस जबान नाल ते मारे कहंदे निंदा भली किसे की ना ही मानमुख मुग्ध करान। ये कौड़े बोल किसे वास्ते भी नहीं बोलने, मानमुखा का काम हुंदा निंदिया करनी। तो फिर की करना जी, मारे कहंदे ने उस्तत करो सदा प्रभ अपने जिन पूरी कल राखी। कहंदे रसना नाल परमात्मा की उस्तत करो भाई, अकाल पुरख वाहिगुरू के गुण गाओ। आज़ादी आपां नूं हैगी, इस रसना नाल आपां निंदिया भी कर सकते हैं, उस्तत भी कर सकते हैं। ये महाराज जी ने निर्णय करके दस दिता भी निंदिया का की फल होवेगा। निंदक डूबा हम उतरे पार, कबीर साहब के बचन। वो कहते निंदक डुब जाएगा, उस्तत करने वाले पार उतर जाएंगे। इसलिए जे गाया कहते फल अपने आप नहीं आप लै सकते, फल अकाल पुरख वाहिगुरू देवेगा। हाँ, गाए हुए का फल यह है भी मन की पवित्रता बन जाती, मन निर्मल हो जाता। कोई गावे, को सुने, को उच्चर सुनावे, कोई गा लवे, कोई सुन लवे, कोई सुना देवे, जन्म जन्म की माल उतरे, मन चिंदिया पावे। कहते कई जन्मां की मैल मन नूं लगी हुई उतर जाएगी, मन भाउंदे फल की प्राप्ति होगी जे अकाल पुरख वाहिगुरू नूं कोई गावेगा या फिर सुनेगा। पर फल वो अकाल पुरख वाहिगुरू ही देवेगा जी। गावे का फल होई या आपे देवै सोई, मन मेरे गुरबचनी निध पाई। कहते मेरे मना गुरु साहब जी के बचन कमाउण करके निधियां की प्राप्ति होंदी, रिद्धि सिद्धि निधि। ये जिहड़े खजाने मन्ने गए ना निधियां, 9 खजाने, 9 कीमती खजानियां नूं निधि कहिंदे। कहंदे सब कीमती खजाने मिल जाणगे मेरे मना जे गुरु साहब जी के बचन कमावेगा। मन मेरे गुरबचनी निध पाई, जिन्हां ने हुण तक सुख प्राप्त किए, ब्रह्म ज्ञान प्राप्त किया, रिधियां सिद्धियां प्राप्त कीतियां, महाराज जी के बचनों की कमाई करके कीतियां, गुरु साहब जी के बचन नूं कमाउण करके। ताते सच में रहा समाई, कहते तां ही वो सच विच समाए रहिंदे ने, जिन्हां ने महाराज जी के बचन की कमाई की सी, जिन्हां ने गुरु साहब जी के शब्द की कमाई की, वो अकाल पुरख वाहिगुरू जी के स्वरूप विच समाए हुंदे। रहाओ विश्राम दे के महाराज कृपा कर रहे हैं। गुर साखी अंतर जागी, कहते जिन्हां दे अंदर उस अकाल पुरख वाहिगुरू की जोत प्रगट हो आउंदी, जिहड़े अकाल पुरख वाहिगुरू नूं अपने अंदरों प्रगट कर लेंदे, तां चंचल मत त्यागी। कहते वो अपनी मत की चंचलता छड्ड दिंदे। मन चंचलता ही करदा ना, कहते ये मन फिर चंचलता ही छड्ड दिंदा है। मन उन्हां दा चंचल नहीं हुंदा, टिकिया होया हुंदा, फिर भज्जा नहीं फिरदा। जिन्हां दे अंदर अकाल पुरख वाहिगुरू की जोत प्रगट हो आउंदी है, वो अपने मन की चंचलता ही छड्ड देणगे, मन की मर्जी छड्ड दिंदे। मन का दौड़ना भजना उन्हां दा खत्म हो जाता। गुरसाखी का उजियारा, कहते गुरु साहब जी की जोत का यह प्रकाश जदों अंदर हुंदा, उजियारे का अर्थ है प्रकाश, तो साखी कहते जोत नूं। जदों परमात्मा की जोत अंदर प्रकाश करती है ता मिटिया सगल अंधियारा, कहते सारा हनेरा उस वेले खत्म हो जाता। अंदर महाराज जी के शब्द का प्रकाश हुंदा, अज्ञान का हनेरा खत्म हो जाता। उवें बाहर तो प्रकाश हैगा, बाहर तो जब सूरज चढ़दा आपां नूं दिसण लग पैंदा, आपां लाइट ऑन करदे हां दिसण लग पैंदा,
पर अंदरला हनेरा गुरु साहब जी के शब्द के प्रकाश तो बिना कदे दूर नहीं होंदा। महाराज ने बचन कहे, जे 100 चंदा उगवै सूरज चढ़े 1000, एते चानण होंदियां गुरबिर घोर अंधार। कहते जे 100 चंद्रमा चढ़ जाए, 1000 सूरज चढ़ जाए, तां भी गुरु के शब्द तो बिना अंदर हनेरा ही रहेगा। बंदे दे अंदर हनेरा ही है, तो जिथे हनेरा हो उत्थे दिखाई कुछ नहीं दिंदा। बस अंदर हनेरे का मतलब ये भी आप चंगे माड़े की फिर पछाण नहीं कर, सानू दिसदा नहीं कुछ भी ये पाप सी कि पुण्य सी, वो दिसणों हट ही जाता। पर महाराज के बचन गुर साखी का उजियारा तां मिटिया सगल अंधियारा। जदों गुरु साहब जी की जोत अंदर प्रकाशमान हुई, ज्ञान होया, उस प्रकाश करके अज्ञान का सारा हनेरा खत्म हो गया। अज्ञान चले गया, ज्ञान आ गया। ज्ञान में प्रकाश कहते असल में। जदों अंदर ज्ञान आ जाता ना जी, पाप पुण्य की सोझी आ जाती, चंगे माड़े का निर्णय करना आ जाता, सत सत की विचार आप कर सकते हैं, तो फिर पता लगन लग पैंदा कि महाराज साहब जी ने की हुक्म किया। जां इदां भी आप कह सकते हैं भाई जदों अंदर प्रकाश हुंदा, फिर हर कर्म बंदा महाराज नूं पुछ के करदा, भाई मैं ये काम कर ला जी, आग्या तुहाडी, जे आग्या तो करना, नहीं आग्या तो नहीं करना, क्योंकि प्रकाश है महाराज का, तो प्रकाश विच ही फिर उन्हें जीवना, गुरु साहब जी की मर्जी अनुसार चलना। उवें भी आप कई बार देखते हैं कुछ गुरु के सिखां का सुभाव हुंदा, हर कारज करना तो पहला हुक्मनामा लैना, पहला महाराज साहब जी तो आग्या लैनी, जे गुरु साहब जी ने आग्या दे दिते तो कर्म करना, मना कर दिता तो नहीं करना। कुछ गुरु के सिखां का सुभाव हुंदा, हरेक कारज कर तो पहला उन्होंने महाराज का मुख वाक लेना। एक गुरमुख प्यारे भाई वीर सिंह विद्यालय च ड्यूटी करते सी प्रचारक दी, तो हुण तां उन्हां दा शरीर नहीं रहा, उन्हां दा सुभाव सी हर कारज करना पहला महाराज नूं पुछना। तो वो मेरे पिंड दे सी, वो प्रेम भी बहुत सी, तो वो एक बारी आए तो कहिंदे बई आपां बाजार जाना। मैं पूछया की करना, कहंदे आपां टेप रिकॉर्डर खरीद के लियाउणी, नवीं नवीं उदों टेपां जिहियां चलियां सी, कैसेट जिहदे च चलदी है, कहंदे आपां टेप खरीद के लियाउणी आ, ते इस करके चलीए। असीं चल पे, साइकिल लिया, 3 किलोमीटर चलाउणा पिया, 3 किलोमीटर दूर सी बाजार। जदों असीं वो बाजार उस पिंड च गए जिथे बाजार सी, तो मैनूं कहिंदे भी पहलां गुरुद्वारा साहब जाना, उधर नूं साइकिल करो। गुरुद्वारा साहब चले गए, जाके 5 इशनाना कीता, ते कहिंदे भी मैं करदा अरदास ते तू चौर साहब फड़। तो महाराज नूं पुछिए, जे महाराज आग्या करनगे तो टेप लै लांगे, जे महाराज ने मना किया तो नहीं लवांगे। चलो उन्हें अरदास बेनती की, तो मैं चौर साहब करदा पिया सी। जदों मुख वाक लिया तो मैनूं अज भी याद है, नामे पातशाह जी का हुक्मनामा आया, मन की मन ही माहे रही, ना हर भजे न तीर्थ सेवे, चोटी काल गही। जदों ही हुक्मनामा लिया, वो मैं फतेह बुलाई, वो हसन लग पिया। तो मैं आया उठ के महाराज जी की ताब्या चो, तो कहंदा चल चलीए हुण पिंड नूं। तो मैं कहा क्यों टेप रिकॉर्डर नहीं लैनी? कहंदा नहीं, हुण तां महाराज ने मना करता, तो हुण आपां टेप काहदी लैनी? मैं कहा तू 3 किलोमीटर पैंडा पाया गर्मी च, हुण 3 किलोमीटर फिर वापस जावांगे साइकिल चला के, तो तू कहा ट्रैक्टर खरीदना सी? भी महाराज नूं पुछना 300 की टेप आउणी आ, तू खरीद लेना। हसन लग, कहंदा नहीं मैं महाराज की मर्जी तो बिना नहीं कदी कोई कार्य कीता, जे महाराज आग्या कर देंदे तो आपां लै लैणी सी, हुण महाराज ने मना करता, आपां नहीं लैणी। वापस आ गया, असीं खरीदी नहीं। कुछ गुरमुखां दा सुभाव हुंदा, कोई भी काम करना पहला महाराज नूं पुछना, जे महाराज ने आख्या कर लो तो कर लो, जे मना करता तो नहीं करते। बस उसे नूं कहिंदे भी महाराज जी दे शब्द विच जीवना, आग्या च जीवना, प्रकाश विच जीवना, महाराज जी की बाणी की रोशनी विच जीवना। देख के की महाराज कहिंदे ने, गुरु साहब जी ने की आग्या कीती पाई, वो महाराज जी की मर्जी अनुसार कर्म करना।
गुर चरनी मन लागा ता जम का मार्ग भागा। गुरु साहब दे बचन कहते जिन्हां दा मन गुरु चरनां नाल लग जांदा ना गुरमुखो, जिन्हां दा मन जुड़ जांदा महाराज जी दे चरनां नाल, तां जम का मार्ग भागा। फिर उन्हां दी जिंदगी चों जमां दा रस्ता मनफी हो जांदा। जमां दे रस्ते ते नहीं जाना पवेगा उन्हां गुरमुखां नूं जिन्हां दा मन महाराज जी दे चरनां नाल लग जाए। जिन्हां दा मन जुड़िया रहिंदा महाराज दे चरनां नाल, उन्हां नूं जमां दे रस्ते ते नहीं पैना पैंदा। गुर चरनी मन लागा तां जम का मार्ग भागा। मार्ग रस्ते नूं कहंदे फिर जमां दे रस्ते ते नहीं जाना पवेगा। गुरु साहब ने बचन कीते ना जी, महाराज दे बचन ने भी गुरमुखां दा रस्ता वखरा हुंदा, आम संसारी लोकां दा रस्ता वखरा। जिहड़ा संसारी लोकां दा रस्ता वो जमां दे घर नूं लैके जांदा, जिहड़ा गुरमुखां दा रस्ता उस रस्ते च जमपुरी आउंदी नहीं। सतगुर पूरै साच कहया नाम तेरे की मुक्ते बीथी, जम का मार्ग दूर रहया। कहंदे गुरु साहब जी दा यह सच्चा बचन है। नाम जपण वालियां दी गली वखरी हुंदी है, उन्हां दा रस्ता वखरा। नाम जपण वालियां दे रस्ते तो जम दूर चले जांदे, जमां दे वस नहीं पैना पैंदा। इसलिए गुरु साहब ने बचन कीते गुर चरनी मन लागा ता जम का मार्ग भागा। भागा दस दा भज गया। कहंदे जम तां डर के भज जांदे उन्हां तो परे, उन्हां नूं जमां दे मार्ग ते चलना नहीं पैंदा। पर शर्त ये वे कि जिन्हां दा मन महाराज जी दे चरनां नाल लग जांदा, जिन्हां दा मन लगा हुंदा ना जी, लगे दी एक निशानी है कि इस गुरमुख दा मन महाराज जी दे चरनां नाल लगा। की निशानी है? आपां नूं किवें पता लगे भी ये मन महाराज दे चरनां नाल लग चुका कि नहीं? आपां पिंडां चों आए हां, उत्थे जे किसी नूं नशा लग जाए ना, मान लो कोई ड्रगी हो गया, कहंदे सी इहनूं ते लग गया भाई, इहनूं ते अफीम लग गई, इहनूं ते नशा लग गया। लग गए दी निशानी है भी हुण इह बच नहीं सकदा। जे इहनूं नशा लग गया, हुण इहनूं नशा देवांगे ते बचेगा, नहीं तो उहदे बिना रह नहीं सकदा, मर जाएगा। यह कहंदे इहदा की करिए, इहनूं ते लग गई पई, हुण इहनूं ते नशा लग गया, ये तो बच नहीं सकता। हुण बस जिन्हों जिहड़ी चीज़ लग जाती है वो उहदे बिना रह नहीं सकता। जिन्हां दा मन महाराज जी दे चरनां नाल लग जांदा गुरमुखो, वो गुरु साहब जी तो बिना रह नहीं सकते, बच नहीं सकते। वो महाराज जी का आसरा लैके ही चलणगे हर वेले। सदा महाराज के चरणों च उन्हां दा मन लगा रहिंदा। ये निशानी हुंदी क्योंकि वो रह ही नहीं सकते महाराज की याद तो बिना, उन्हां दा गुजारा ही नहीं। जिवें रात आपां सुनिया सी कथा च भई कुछ क दिन महाराज जी गुरु रामदास साहब जी ने सेवा करवाई अमृतसर सरोवर दी, फिर दर्शन करने वास्ते गोंदवाल चल गए तीसरे पातशाह जी दे, क्योंकि रह नहीं सी सकते। चौथे पातशाह तीसरे पातशाह जी दे दर्शन किए बिना बहुते दिन रह नहीं सी सकते, इसलिए वो आ गए उन्होंने दर्शन कर। कोई दिन महाराज जी दे कोल रहे, गुरु साहब ने आख्या चलो जाओ फिर जाके उत्थे सेवा करो। जिवें गुरु अमरदास महाराज जी जदों गोइंदवाल साहब वसा रहे सी ते रोज गोइंदवाल तो खडूर साहब दूसरे पातशाह जी दे दर्शन करन आउंदे सी, रोज आउणा। एक दिन की होया, महाराज जी गोइंदवाल साहब तो वापस आ रहे सी ते धन गुरु अमरदास सच्चे पातशाह जी दा चरण किसे मनुख दी हड्डी ना लग गया। वो किते उत्थे रुलदी फिरदी होगी रस्ते च, कोई पुरानी चढ़ाई कीता सी ते ओहदे शरीर दी हड्डी उत्थे पई सी, ओहदे नाल तीसरे पातशाह जी दा चरण लग गया, ओहदी कल्याण हो गई। जिहड़े नाल तुरे आउंदे सी उन्हां ने आण के गुरु अंगद देव साहब जी नूं दसता, महाराज अज ते कमाल ही हो गई, अज इन्हां दा चरण किसे मनुख दी हड्डी नूं लग गया तां ओहदी रूह असीं आप जांदी होई देखी है। वो मत्था टेक के गया। फिर गुरु अंगद देव साहब जी ने आख्या, पुरखा तेरी सेवा प्रवान हो गई है गुरु साहब जी के दर ते हुण तू इवें नहीं करना, हुण तू गोइंदवाल तो वापस नहीं आया करना, उत्थे रहना। वो कहंदा महाराज पर मैं दर्शनां बिना रह नहीं सकता, मैं तो रोज एक बारी दर्शन करने। गुरु अंगद देव साहब जी ने आख्या जे तू रह नहीं ना सकता, हुण असीं आ जाया करांगे खडूर साहब तो गोइंदवाल रोज,
ਤੂੰ ਨਹੀਂ ਆਉਣਾ, ਅਸੀਂ ਤੈਨੂੰ ਮਿਲਣ ਆਇਆ ਕਰਾਂਗੇ। ਭਾਵ ਇਸ ਵੀ ਜਿੰਨੀ ਦੇਰ ਤੂੰ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਏਮਾਨ ਨਹੀਂ ਹੁੰਦਾ, ਓਨੀ ਦੇਰ ਤੂੰ ਇਹ ਕੌਤਕ ਨਹੀਂ ਕਰ ਸਕਦਾ। ਓਨੀ ਦੇਰ ਆਪਣੇ ਆਪ ਨੂੰ ਛੁਪਾ ਕੇ ਰੱਖ। ਇਹ ਤਾਂ ਕੰਮ ਫਿਰ ਰੋਜ਼ ਹੋਣਗੇ। ਇਹਦਾ ਮਤਲਬ ਹੈ ਵੀ ਤੁਹਾਡੇ ਚਰਨਾਂ ਨਾਲ ਭਲਾ ਹੋਣ ਲੱਗ ਪਿਆ। ਤੇ ਇਹ ਗੱਲ ਦੇਖ ਵੀ ਲਈ ਹੈ ਕੁਝ ਲੋਕਾਂ ਨੇ, ਹੁਣ ਇਹ ਗੱਲ ਪ੍ਰਚਲਿਤ ਹੋਵੇਗੀ। ਪਰ ਇਸ ਕਲਾ ਨੂੰ ਛੁਪਾ ਕੇ ਰੱਖਣਾ ਹੁੰਦਾ। ਇਸ ਲਈ ਮਹਾਰਾਜ ਨੇ ਆਖਿਆ ਕੋਈ ਨਹੀਂ, ਅਸੀਂ ਆ ਜਾ ਕਰਾਂਗੇ, ਤੁਸੀਂ ਉੱਥੇ ਰਹਿਣਾ। ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਮਨ ਲੱਗੇ ਦੀ ਨਿਸ਼ਾਨੀ ਹੈ ਭਈ ਉਹਨਾਂ ਬਿਨਾਂ ਫਿਰ ਰਹਿ ਨਹੀਂ ਸਕਦਾ ਬੰਦਾ। ਗੁਰ ਚਰਨੀ ਮਨ ਲਾਗਾ ਤਾਂ ਜਮ ਕਾ ਮਾਰਗ ਭਾਗਾ। ਜਿਨ੍ਹਾਂ ਦਾ ਮਨ ਗੁਰੂ ਚਰਨਾਂ ਨਾਲ ਲੱਗ ਜਾਂਦਾ ਗੁਰਮੁਖੋ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ। ਜਮ ਨਹੀਂ ਉਹਨਾਂ ਦੇ ਨੇੜੇ ਆਵੇਗਾ। ਭੈ ਵਿੱਚ ਨਿਰਭਉ ਪਾਇਆ। ਮਹਾਰਾਜ ਦੇ ਭੈ ਵਿੱਚ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ। ਨਿਰਭਉ ਪ੍ਰਮਾਤਮਾ ਨੂੰ ਕਹਿੰਦੇ, ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਨਿਰਵੈਰ ਅਕਾਲ ਪੁਰਖ ਨੂੰ ਆਖੀਦਾ, ਨਿਰਭਉ ਪ੍ਰਮਾਤਮਾ ਨੂੰ ਆਖੀਦਾ। ਕਹਿੰਦੇ ਪ੍ਰਮਾਤਮਾ ਦੀ ਪ੍ਰਾਪਤੀ, ਨਿਰਭਉ ਦੀ ਪ੍ਰਾਪਤੀ ਭੈ ਵਿੱਚ ਰਹਿ ਕੇ ਆਉਂਦੀ ਹੈ। ਭੈ ਵਿੱਚ ਨਿਰਭਉ ਪਾਇਆ। ਜਿੰਨੀ ਦੇਰ ਆਪਾਂ ਗੁਰੂ ਸਾਹਿਬ ਜੀ ਤੋਂ ਡਰਾਂਗੇ ਨਹੀਂ, ਉਨੀ ਦੇਰ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੋਵੇਗੀ, ਕਦੀ ਵੀ ਨਹੀਂ। ਮਹਾਰਾਜ ਦੇ ਬਚਨ ਕਹਿੰਦੇ, ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮੈਂ ਡਰ ਰਹਿਆ ਸਮਾਈ। ਜੇ ਡਰ ਡਰੇ ਤਾਂ ਫਿਰ ਡਰ ਲੱਗ ਗਏ, ਨਿਡਰ ਹੋਏ ਡਰ ਉਰ ਹੋਏ ਪੱਗ। ਜੇ ਮਹਾਰਾਜ ਜਿਹੜਾ ਗੁਰੂ ਸਾਹਿਬ ਤੋਂ ਡਰੇਗਾ, ਉਹ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰੇਗਾ। ਕਿਉਂ? ਕਿਉਂਕਿ ਮਹਾਰਾਜ ਜੀ ਦਾ ਜਿਹੜਾ ਭੈ ਹੈ ਗੁਰਮੁਖੋ, ਇਹ ਭਲਾ ਕਰਨ ਵਾਲਾ ਹੁੰਦਾ। ਇਹ ਮਨ ਨੂੰ ਨਿਰਮਲ ਕਰਦਾ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਜੇ ਮਹਾਰਾਜ ਤੋਂ ਡਰਨੋਂ ਹਟ ਜਾਈਏ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਕਹਿੰਦੇ ਗੁਰਮੁਖੋ, ਸਿੱਖ ਦਾ ਜੀਵਨ ਗੁਰੂ ਸਾਹਿਬ ਜੀ ਦੇ ਭੈ 'ਚ ਬਤੀਤ ਹੋਣਾ ਚਾਹੀਦਾ। ਮਹਾਰਾਜ ਦਾ ਡਰ ਰੱਖੇ। ਦੇਖੋ ਦੁਨੀਆ ਪੁਲਿਸ ਤੋਂ ਡਰ ਜਾਂਦੀ ਹੈ, ਕਾਨੂੰਨ ਤੋਂ ਡਰਦੇ ਲੋਕ, ਬੰਦਾ ਬੰਦੇ ਤੋਂ ਡਰਦਾ, ਮਹਾਰਾਜ ਤੋਂ ਨਹੀਂ ਡਰਦਾ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਭੈ ਵਿੱਚ ਰਹੇਗਾ, ਉਹ ਹੀ ਨਿਰਭਉ ਨੂੰ ਪ੍ਰਾਪਤ ਕਰੇਗਾ, ਦੂਜਾ ਨਹੀਂ। ਅਕਾਲ ਪੁਰਖ ਦੇ ਭੈ ਨੂੰ, ਸਤਿਗੁਰੂ ਜੀ ਦੇ ਭੈ ਨੂੰ ਮਨ ਵਿੱਚ ਵਸਾ ਕੇ ਰੱਖਣਾ, ਇਹਨੂੰ ਨਿਰਮਲ ਭਉ ਕਹਿੰਦੇ। ਸਤਿਗੁਰੂ ਜੀ ਦਾ ਨਿਰਮਲ ਭੈ ਮਨ 'ਚ ਹੋਵੇ। ਜਿਵੇਂ ਸਤਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਨਾ, ਜਿਨ ਭੈ ਬਾਣੀ ਅਦਬ ਨ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਕਹਿੰਦੇ ਜਿਹਨੇ ਬਾਣੀ ਦਾ ਭੈ ਨਹੀਂ ਨਾ ਕੀਤਾ, ਉਹ ਸਿੱਖ ਨਹੀਂ ਹੈਗਾ। ਇਹ ਸਤਵੇਂ ਪਾਤਸ਼ਾਹ ਜੀ ਦੇ ਬਚਨ ਨੇ। ਕਹਿੰਦੇ ਗੁਰਮੁਖੋ, ਗੁਰੂ ਕੀ ਬਾਣੀ ਦਾ ਭੈ ਰੱਖਣਾ ਮਨ 'ਚ। ਭੈ ਹੀ ਸਤਿਕਾਰ ਪੈਦਾ ਕਰਦਾ। ਜੇ ਡਰ ਨੂੰ ਹਟ ਜਾਈਏ ਤੇ ਬੰਦਾ ਸਤਿਕਾਰ ਕਰਨੋਂ ਵੀ ਹਟ ਜਾਂਦਾ। ਫਿਰ ਸਤਿਕਾਰ ਨਹੀਂ ਕਰ ਸਕਦੇ ਬਾਣੀ ਦਾ। ਬਾਣੀ ਦਾ ਸਤਿਕਾਰ ਉਹੀ ਕਰਦਾ ਜਿਹੜਾ ਮਹਾਰਾਜ ਦਾ ਭੈ ਰੱਖਦਾ ਹੋਵੇ। ਦੂਸਰੇ ਨੇ ਨਹੀਂ ਕਰਨਾ ਹੁੰਦਾ। ਦੂਸਰੇ ਨੇ ਤਾਂ ਪੈਰਾਂ 'ਚ ਗੁਟਕਾ ਸਾਹਿਬ ਰੱਖਿਆ ਹੁੰਦਾ ਕਈ ਵਾਰੀ। ਸੰਤ ਬਾਬਾ ਕਰਤਾਰ ਸਿੰਘ ਜੀ ਨੇ ਸਰਹਾਲੀ ਇੱਕ ਵਾਰੀ ਇੱਕ ਮਾਤਾ ਨੂੰ ਆਖਿਆ ਸੀ, ਉਦੋਂ ਸਰਹਾਲੀ ਸੀ ਮਹਾਂਪੁਰਖ, ਤੇ ਉਹ ਮਾਤਾ ਨੇ ਆਖਿਆ ਜੀ ਮੇਰਾ ਸਰੀਰ ਠੀਕ ਨਹੀਂ ਰਹਿੰਦਾ, ਅਰਦਾਸ ਕਰ ਦਿਓ ਤੰਦਰੁਸਤੀ ਦੀ। ਤੇ ਸੰਤਾਂ ਨੇ ਆਖਿਆ ਕਰ ਦਿੰਨੇ। ਇਹ ਗੁਟਕੇ ਸਾਹਿਬ ਕਿੱਥੇ ਨੇ, ਪੋਥੀਆਂ ਹੈਗੀਆਂ ਘਰੇ? ਕਹਿੰਦੀ ਜੀ ਹੈਗੇ ਨੇ ਗੁਟਕੇ ਸਾਹਿਬ। ਸੰਤਾਂ ਨੇ ਆਖਿਆ ਚਲੋ ਫਿਰ ਉੱਥੇ ਜਾ ਕੇ ਅਰਦਾਸ ਕਰੀਏ ਜਿੱਥੇ ਬਾਣੀ ਦੇ ਗੁਟਕੇ ਸਾਹਿਬ ਪਏ। ਜਦੋਂ ਉੱਥੇ ਜਾ ਕੇ ਸੰਤਾਂ ਨੇ ਦੇਖਿਆ ਤਾਂ ਉਹ ਇੱਕਦਮ ਵੀਰ ਰਸ 'ਚ ਆ ਗਏ, ਬੜੇ ਗੁੱਸੇ 'ਚ। ਉਹਨਾਂ ਨੇ ਆਖਿਆ ਨਾ ਨਾ, ਤੂੰ ਨਹੀਂ ਠੀਕ ਹੋ ਸਕਦੀ ਮਾਤਾ, ਤੂੰ ਕਿਵੇਂ ਤੰਦਰੁਸਤ ਹੋ ਜਾਏਂਗੀ? ਉਹ ਡਰ ਗਈ ਵਿਚਾਰੀ। ਕਹਿੰਦੀ ਜੀ ਕੀ ਗੱਲ ਹੋ ਗਈ? ਕਹਿੰਦੇ ਗੁਰੂ ਸਾਹਿਬ ਜੀ ਦੀ ਬਾਣੀ ਆ ਦੇਖ, ਤੂੰ ਕਿਵੇਂ ਰੱਖਿਆ ਗੁਟਕੇ ਸਾਹਿਬਾਂ ਨੂੰ। ਇੰਨਾ ਘੱਟਾ ਪਿਆ ਉਹਨਾਂ ਦੇ ਉੱਪਰ, ਨਾ ਕੋਈ ਥੱਲੇ ਕੱਪੜਾ ਵਿਛਾਇਆ, ਨਾ ਕੋਈ ਉੱਪਰ ਬਸਤਰ ਦਿੱਤਾ। ਮਹਾਰਾਜ ਜੀ ਦੀ ਬਾਣੀ ਗੁਰੂ ਹੈ, ਪਰਮੇਸ਼ਰ ਹੈ। ਇੱਥੇ ਅਰਦਾਸ ਕਰਕੇ ਅਸੀਂ ਤੈਨੂੰ ਤੰਦਰੁਸਤੀ ਲੈ ਕੇ ਦੇਣੀ ਹੈ, ਤੇ ਕੋਈ ਸਤਿਕਾਰ ਹੈ ਹੀ ਨਹੀਂ। ਫਿਰ ਸੰਤਾਂ ਨੇ ਆਪਣੇ ਸਿੰਘਾਂ ਨੂੰ ਲਾ ਕੇ ਸਾਰੀ ਜਗ੍ਹਾ ਸਾਫ਼ ਕੀਤੇ,
सुंदर वस्त्र लिया के पहला थले विछाई किते, फिर उहदे उपर गुटके साहब रखे, फिर उपर वस्त्र पाया, फिर माता नूं आख्या इदां रखी दे, पैर नहीं करीदा इन्हां वल्ले, उच्चे थां ते रखना पैंदा। क्यों? जे अपने मन च भै नहीं तो सत्कार नहीं। ये बचन सतवें पाहे, जिन भै बाणी अदब न धारा, जानो सो सिख नहीं हमारा। कहते जिन्हां ने बाणी का अदब नहीं किया, सत्कार नहीं किया, मन च भै नहीं रखिया, वो सिख नहीं हैगा, सिख नहीं हो सकता। इसलिए गुरु साहब जी के भै च जिउना, भै विच निरभव पाया तां सहजे कह घर आया। महाराज कहते जिहड़े महाराज के भै च जिउंदे ने वो अकाल पुरख वाहिगुरू नूं प्राप्त कर लैंदे। फिर सहज हुंदा ज्ञान, वो ब्रह्म ज्ञान की अवस्था च रहिंदे ने। फिर हर वेले जिन्हां ने परमेश्वर दा, गुरु साहब जी का भै मन च रखिया। भणत नानक बूझे को विचारी, इस जग में करनी सारी। भणत दा अर्थ हुंदा कहना। कहंदे असीं कहने आ बूझे को विचारी, कोई विचार करके बुझ लवे इस गल नूं। गुरु नानक देव महाराज जी बचन करदे, गुरमुखो विचार करके इस गल नूं जान लवो, इस गल नूं बुझ लवो। किस गल नूं? इस जग में करनी सारी। कहंदे इस जगत विच सब तो श्रेष्ठ करनी परमात्मा दा नाम जपना। विचार करके इस गल नूं जान लवो भई सब तो उत्तम काम इस संसार विच नाम जपना है। करनी कीरत होई, कीरत दा मतलब वडियाई करनी हुंदी। सब तो उत्तम करनी परमात्मा दी कीरती करनी, परमात्मा दा जस करना, वडियाई करनी, गुण गाउणे, नाम जपना, भगती करनी, ये सब तो श्रेष्ठ काम है। करनी कीरत होई जो आपे मिलिया सोई। कहंदे अपने आप ही मिल पैंदा फिर परमात्मा। जदों उत्तम कर्म करना शुरू कर दिंदे ना, श्रेष्ठ कर्म करदे आपां, सुते सिद्ध परमात्मा की प्राप्ति हुंदी जी। सोठ महला तीजा घर पहला। अगले शब्द विच सतगुरु गुरु अमरदास महाराज जी कृपा करदे, क्योंकि पहला शब्द जिहड़ा आपां विचारिया है गुरु नानक देव महाराज जी दा सी। आ दूसरा शब्द हुण सोठ राग विच तीसरे पातशाह जी दा आ गया। ये मर्यादा है महाराज जी की बाणी दी। जिहड़ा भी राग शुरू होवेगा सब तो पहला गुरु नानक देव महाराज जी के शब्द आउणगे, उस तो बाद तीसरे पातशाह जी के शब्द आउंदे। क्योंकि दूसरे पातशाह जी के शब्द हैगे नहीं, उन्हां दे सिर्फ श्लोक ने जिहड़े वारां विच आउणे हुंदे। इसलिए गुरु नानक देव महाराज जी के शब्दों तो बाद तीसरे पातशाह जी के शब्द शुरू होंगे हरेक राग विच। हुण इत्थे गुरु नानक देव महाराज जी का शब्द आपां विचारिया ते अगला शब्द तीसरे पातशाह जी का है। सोठ महला तीजा घर पहला। एक ओंकार सतगुर प्रसाद। गुरु अमरदास महाराज जी सुरताल के पहले घर विच ये शब्द उचार के कृपा करते हैं। मंगल कीता एक ओंकार सतगुर प्रसाद। अद्वैत स्वरूप परमात्मा सत चेतन आनंद स्वरूप गुरु की कृपा नाल मिलदा जी। सेवक सेव करे सब तेरी जिन शब्द साध आया। कहंदे वो सेवक सेवा करते ने सेवक बन के तेरी, जिन्हां नूं शब्द विचों रास आउंदा, जिन्हां नूं आनंद आउण लग पिया ना महाराज जी के बचनां चों, वो सेवक बन के तेरी सेवा करते। बहुत बार शब्द विचों साध संगत जी रास ही कोई नहीं आउंदा। बहुत चंगे भाग होण फिर किसी नूं कथा चों रास आउंदा, किसी नूं कीर्तन विचों रास आवेगा, किसी नूं बाणी पढ़दिआं रास आवेगा, पर चंगे भाग होण तां, नहीं ते बिल्कुल महाराज जी दी बचनां चों रास नहीं आउंदा। कहंदे जिन्हां नूं रास आवेगा गुरमुखो उही सेवक बन के सेवा करनगे। भावें सेवा विचों रास आवे, कईआं नूं सेवा चों आनंद आउंदा, कई कई घंटे सेवा करी जांदे, आनंद आउंदा उन्हां नूं। साडे कोल उत्थे एक पटने साहब दा भचंगी सी, पटना साहब तो वाह सारे विद्यार्थी पढ़ते सन। तो वह एक बच्चा ही सी 12-13 साल का। उन्हें जाके दिने महाराज साहब जी ने चौर साहब कर लग पैना। घंटा घंटा, डेढ़ घंटा, 2 घंटे, कई बार 3 घंटे चौर साहब करते रहना महाराज रोज। तो एक दिन उन्होंने मैं पूछया सुते सिद्ध, उन्होंने ज्ञानी कहते नाम तो वह होर सी, पर सिंघां ने वह नाम ज्ञानी रखिया सी।
मैं क्या ज्ञानी तू 2-2 3-3 घंटे महाराज साहब ਨੂੰ ਚੌਰ ਸਾਹਿਬ ਕਰਦਾ ਰਹਿਣਾ ਵੀ ਤੈਨੂੰ ਇਹ ਥੱਕਦਾ ਨਹੀਂ ਤੂੰ ਇੰਨਾ ਚਿਰ ਕਿਉਂ ਕਰਦਾ ਰਹਿਣਾ ਕਿਉਂਕਿ ਦੁਪਹਿਰ ਵੇਲੇ ਤੇ ਕੋਈ ਦੀਵਾਨ ਵੀ ਨਹੀਂ ਸੱਜਿਆ ਹੁੰਦਾ ਤਾਂ ਉਹ ਕਹਿਣ ਲੱਗਾ ਗਿਆਨੀ ਜੀ ਮੈਨੂੰ ਆਪ ਨੂੰ ਨਹੀਂ ਪਤਾ ਪਰ ਜਦੋਂ ਮੈਂ ਚੌਰ ਸਾਹਿਬ ਕਰਦਾ ਮਹਾਰਾਜ ਨੂੰ ਮੈਨੂੰ ਆਨੰਦ ਬਹੁਤ ਆਉਂਦਾ ਨਾ ਮੈਨੂੰ ਥਕੇਵਾਂ ਹੁੰਦਾ ਨਾ ਅਕੇਵਾਂ ਹੁੰਦਾ ਪਤਾ ਨਹੀਂ ਮੈਨੂੰ ਬਹੁਤ ਆਨੰਦ ਆਉਂਦਾ ਇਸ ਕਰਕੇ ਮੈਂ 2-2 3-3 ਘੰਟੇ ਚੌਰ ਸਾਹਿਬ ਕਰਦਾ ਰਹਿੰਦਾ ਵਾਕਿਆ ਆਨੰਦ ਆਉਂਦਾ ਸੀ ਕਿਸੇ ਨੂੰ ਸੇਵਾ 'ਚੋਂ ਆਨੰਦ ਆਉਣ ਲੱਗ ਪੈਂਦਾ ਕਿਸੇ ਨੂੰ ਕਥਾ 'ਚੋਂ ਆਨੰਦ ਆਉਣ ਲੱਗ ਪੈਂਦਾ ਕਿਸੇ ਨੂੰ ਕੀਰਤਨ 'ਚੋਂ ਆਨੰਦ ਆਉਣ ਲੱਗ ਪੈਂਦਾ ਗੁਰੂ ਸਾਹਿਬ ਜੀ ਦੇ ਬਚਨਾਂ 'ਚੋਂ ਆਨੰਦ ਆਵੇ ਤੇ ਕੋਈ ਸੇਵਾ ਕਰ ਸਕਦਾ ਉਵੇਂ ਔਖਾ ਕੰਮ ਹੈ ਉਵੇਂ ਆਪਾਂ ਨੂੰ ਤਨਖਾਹ ਲੱਗੀ ਹੋਵੇ ਫਿਰ ਤਾਂ ਸੇਵਾ ਕਰਾਂਗੇ ਪਰ ਜੇ ਆਨੰਦ ਨਾ ਆਵੇ ਫਿਰ ਕਿੱਥੇ ਸੇਵਾ ਹੋਣੀ ਗੁਰਮੁਖੋ ਜੇ ਮਨ ਮੰਨੇ ਹੀ ਨਾ ਕਿ ਗੁਰੂ ਸਾਹਿਬ ਜੀ ਦੀ ਸੇਵਾ 'ਚ ਤਾਂ ਕੋਈ ਲਾਭ ਵੀ ਹੈ ਕਿਹਨੇ ਸੇਵਾ ਕਰਨੀ ਇਸ ਲਈ ਤੀਸਰੇ ਪਾਤਸ਼ਾਹ ਜੀ ਦਾ ਬਚਨ ਆ ਗਿਆ ਸੇਵਕ ਸੇਵ ਕਰੇ ਸਭ ਤੇਰੀ ਸੇਵਕ ਭਾਵ ਨਾਲ ਸਾਰੇ ਤੇਰੀ ਸੇਵਾ ਕਰਦੇ ਨੇ ਕਿ ਕੌਣ ਜਿਨ ਸ਼ਬਦੈ ਸਾਧ ਆਇਆ ਸਾਧ ਦਾ ਅਰਥ ਹੁੰਦਾ ਸਵਾਦ ਜਿਨ੍ਹਾਂ ਨੂੰ ਸ਼ਬਦ ਵਿੱਚੋਂ ਸਵਾਦ ਆਉਣ ਲੱਗ ਪੈਂਦਾ ਰਸ ਆਉਣ ਲੱਗ ਪੈਂਦਾ ਕਹਿੰਦੇ ਉਹ ਗੁਰਮੁਖ ਸੇਵਕ ਭਾਵ ਨਾਲ ਤੇਰੀ ਸੇਵਾ ਕਰਦੇ ਗੁਰ ਕਿਰਪਾ ਤੇ ਨਿਰਮਲ ਹੋਵਾ ਗੁਰੂ ਦੀ ਕਿਰਪਾ ਨਾਲ ਕਹਿੰਦੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਜਿਨ ਵਿੱਚ ਉਹ ਆਪ ਗਵਾਇਆ ਜਿਨ੍ਹਾਂ ਨੇ ਆਪਾ ਭਾਵ ਵਿੱਚੋਂ ਛੱਡ ਦਿੱਤਾ ਆਪ ਗਵਾਇਆ ਦਾ ਅਰਥ ਹੁੰਦਾ ਮੈਂ ਖਤਮ ਕਰ ਲਈ ਆਪਣੀ ਹੋਂਦ ਨਹੀਂ ਹੁਣ ਰੱਖਣੀ ਵੀ ਮੈਂ ਵੀ ਕੁਝ ਹੈਗਾ ਨਹੀਂ ਕਹਿੰਦੇ ਬਸ ਇਹ ਤੇ ਪ੍ਰਮਾਤਮਾ ਤੂੰ ਹੀ ਕਰਵਾ ਰਿਹਾ ਜੋ ਮੈਂ ਤਾਂ ਕਰ ਹੀ ਨਹੀਂ ਸੀ ਸਕਦਾ ਕੁਝ ਕਿਉਂਕਿ ਮਨ ਨਿਰਮਲ ਹੋ ਗਿਆ ਹੁਣ ਮਨ 'ਚ ਮੈਂ ਨਹੀਂ ਰਹਿ ਗਈ ਆਨ ਦਿਨ ਗੁਣ ਗਾਵੇ ਨਿਤ ਸਾਚੇ ਦਿਨੇ ਰਾਤ ਸੱਚੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ ਉਹ ਗੁਰ ਕਾ ਸ਼ਬਦ ਸੁਹਾਇਆ ਗੁਰੂ ਸਾਹਿਬ ਜੀ ਦੇ ਸ਼ਬਦ ਦੁਆਰਾ ਸੋਭਨੀਕ ਹੁੰਦੇ ਸੁਹਾਇਆ ਦਾ ਅਰਥ ਹੁੰਦਾ ਸੋਭਨੀਕ ਹੋ ਜਾਂਦੇ ਸੰਸਾਰ ਵੀ ਸਤਿਕਾਰ ਕਰਨ ਲੱਗ ਪੈਂਦਾ ਪਰਮਾਤਮਾ ਨੂੰ ਵੀ ਭਾ ਜਾਂਦੇ ਨੇ ਕਿਉਂ ਕਿਉਂਕਿ ਗੁਰੂ ਦੇ ਸ਼ਬਦ ਦੁਆਰਾ ਦਿਨੇ ਰਾਤ ਗੁਣ ਗਾਉਂਦੇ ਰਹਿੰਦੇ ਹੋ ਅਕਾਲ ਪੁਰਖ ਵਾਹਿਗੁਰੂ ਦੇ ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ ਕਹਿੰਦੇ ਹੇ ਮੇਰੇ ਮਾਲਕ ਅਸੀਂ ਤੇਰੇ ਬਾਲਕ ਹਾਂ ਤੇਰੀ ਸ਼ਰਨ ਵਿੱਚ ਆਏ ਜਿਵੇਂ ਬੱਚਾ ਮਾਤਾ ਪਿਤਾ ਦੀ ਸ਼ਰਨ 'ਚ ਚਲਿਆ ਜਾਂਦਾ ਨਾ ਬੱਚੇ ਨੂੰ ਬਾਹਰੋਂ ਕੋਈ ਖਤਰਾ ਹੋਵੇ ਦੌੜ ਕੇ ਪਿਤਾ ਦੀਆਂ ਲੱਤਾਂ ਨਾਲ ਚੰਬੜ ਜਾਂਦਾ ਆਣ ਕੇ ਉਹਨੂੰ ਪਤਾ ਹੁੰਦਾ ਇਹ ਬਚਾਵੇਗਾ ਮੇਰਾ ਪਿਤਾ ਇਹਦੀ ਸ਼ਰਨ 'ਚ ਚੱਲ ਕੇ ਫਿਰ ਕੋਈ ਖਤਰਾ ਨਹੀਂ ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ ਹੇ ਮੇਰੇ ਮਾਲਕ ਜੀ ਅਸੀਂ ਬਾਲਕਾਂ ਤੁਹਾਡੀ ਸ਼ਰਨ ਵਿੱਚ ਆਏ ਤੁਹਾਡੀ ਓਟ ਵਿੱਚ ਆ ਗਏ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਕਹਿੰਦੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸੱਚ ਹੈ ਉਹਦੇ ਤੋਂ ਬਿਨਾਂ ਬਾਕੀ ਸਾਰਾ ਕੁਝ ਮਿਥਿਆ ਹੀ ਹੈ ਸੱਚ ਦਾ ਮਤਲਬ ਹੁੰਦਾ ਜਿਹੜਾ ਸਦਾ ਰਹਿਣ ਵਾਲਾ ਸਦਾ ਰਹਿਣ ਵਾਲੇ ਨੂੰ ਸੱਚ ਕਹਿੰਦੇ ਆ ਜਿਹੜਾ ਅੱਜ ਹੈ ਕੱਲ ਨਹੀਂ ਹੋਵੇਗਾ ਕੱਲ ਨਹੀਂ ਸੀ ਅੱਜ ਬਣ ਗਿਆ ਉਹਨੂੰ ਸੱਚ ਨਹੀਂ ਕਹਿੰਦੇ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਕਹਿੰਦੇ ਕੇਵਲ ਮੁਰਾਰੀ ਹੀ ਸੱਚ ਹੈ ਉਹਦੇ ਤੋਂ ਬਿਨਾਂ ਨਹੀਂ ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਜਾਗਤ ਰਹੇ ਤਿਨੀ ਪ੍ਰਭ ਪਾਇਆ ਜਿਨ੍ਹਾਂ ਦਾ ਮਨ ਜਾਗਰਤ ਅਵਸਥਾ 'ਚ ਆ ਜਾਂਦਾ ਕਹਿੰਦੇ ਗੁਰਮੁਖੋ ਉਹਨਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੁੰਦਾ ਸਭ ਦੇ ਹਉਮੈ ਮਾਰੀ ਮਹਾਰਾਜ ਦਾ ਉਪਦੇਸ਼ ਲੈ ਕੇ ਉਹਨਾਂ ਨੇ ਹਉਮੈ ਖਤਮ ਕਰ ਲਈ ਸ਼ਬਦ ਦੇ ਅਭਿਆਸ ਨਾਲ ਉਹਨਾਂ ਨੇ ਆਪਣੀ ਹਉਮੈ ਮਾਰ ਲਈ ਗਿਰਹੀ ਮੈਂ ਸਦਾ ਹਾਰ ਜਨ ਉਦਾਸੀ ਗਿਰਹੀ ਦਾ ਅਰਥ ਗ੍ਰਿਸਤੀ ਕਹਿੰਦੇ ਰੱਬ ਦੇ ਪਿਆਰੇ ਗ੍ਰਿਸਤ ਵਿੱਚ ਰਹਿੰਦਿਆਂ ਹੋਇਆਂ ਵੀ ਆਪਣਾ ਮਨ ਉਧਰੋਂ ਨਿਰਲੇਪ ਰੱਖਦੇ ਰਹਿਣਗੇ ਤਾਂ ਗ੍ਰਿਸਤ ਵਿੱਚ ਹੀ ਆਪਣੇ ਘਰੇ ਰਹਿਣਗੇ ਆਪਣੇ ਪਰਿਵਾਰ 'ਚ ਰਹਿਣਗੇ ਆਪਣਾ ਕਾਰੋਬਾਰ ਵੀ ਕਰਨਗੇ ਪਰ ਮਨ ਨਿਰਲੇਪ ਹੁੰਦਾ ਗਿਰਹੀ ਮੈਂ ਸਦਾ ਹਾਰ ਜਾਣ ਉਦਾਸੀ ਗਿਆਨ ਤਤ ਵਿਚਾਰੀ ਕਿਉਂਕਿ ਤਤ ਦੀ ਗਿਆਨ ਦੁਆਰਾ ਵਿਚਾਰ ਕਰਦੇ ਰਹਿੰਦੇ ਨੇ ਇਸ ਕਰਕੇ ਗ੍ਰਿਸਤ ਵਿੱਚ ਵੀ ਸਾਧ ਸੰਗਤ ਜੀ ਉਹ ਲਪਾਇਮਾਨ ਨਹੀਂ ਹੁੰਦੇ ਨਹੀਂ ਤੇ ਗ੍ਰਿਸਤ ਵਿੱਚ ਸਭ ਤੋਂ ਜ਼ਿਆਦਾ ਪ੍ਰਬਲ ਜਿਹੜੀ ਚੀਜ਼ ਖਰਾਬ ਕਰਦੀ ਉਹ ਹੁੰਦਾ ਮੋਹ ਗ੍ਰਿਸਤੀ ਬੰਦੇ ਨੂੰ ਪਦਾਰਥਾਂ ਦਾ ਆਪਣੀ ਦੇਹ ਦਾ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਮੋਹ ਹੁੰਦਾ ਉਸ ਮੋਹ ਦੀ ਖਰਾਬੀ ਕਰਕੇ ਬੰਦਾ ਫਿਰ ਸਾਰੇ ਉਪੱਦਰ ਕਰਦਾ ਆਪਣੇ ਪਰਿਵਾਰ ਲਈ ਜਿਹਨੂੰ ਮਹਾਰਾਜ ਨੇ ਆਖਿਆ ਨਾ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁੱਤਦਾਰਾ ਭਿਆਨ ਲੁਟਾਵੇ ਕਹਿੰਦੇ ਰੋਜ਼ ਲੁੱਟਿਆ ਜਾ ਰਿਹਾ ਪਰ ਖੁਸ਼ੀ ਵੀ ਕਰਦਾ
हालांकि जिहड़ा बंदा लुटिया जावे वो खुश नहीं हुंदा, पर कहंदे आ वेखो इस बंदे दी हालत, रोज लटाया अपने आप नूं लटा रहा ते वो भी खुश हो के। बहु परपंच कर पर धन लियावे, परपंच हुंदी ठगी। कहंदे पराया धन ठगियां मार मार के लई आउंदा रोज, सुतदारा भयान लटावे। कहंदे आण के पुत्रां ते धीआं ते घर वाली ते वो लटाउंदा, असल च धन नहीं लटाउंदा, अपने आप नूं लटा रहा। मन मेरे भूले कपट ना कीजै, अंत नबेरा तेरे जी पै लीजै। कहंदे मना भुलिया ये कपट करना बंद कर दे, क्योंकि लेखा तेरे तो लिया जाना। इसलिए गृहस्थी विच सब तो प्रबल जिहड़ी चीज है, जिहड़ी जोरावर, वो मोह हुंदा। पर कहंदे गिरही मैं सदा हर जान उदासी। गृहस्थ विच रहिंदे गुरमुख अपना कारोबार भी करनगे, अपने परिवार विच रहणगे, अपनी गृहस्थी भी निभाउणगे, पर फिर भी पाप नहीं करते। क्यों? क्योंकि पापां वालों मन उदास है उन्हां दा। हैगे गृहस्थ विच ही ने, धर्म की किरत करनगे, मेहनत वध कर लैणगे, पर परपंच नहीं करते। फिर गिरही मैं सदा हार जन उदासी, ज्ञान तत्त विचारी। कहते बस ज्ञान द्वारा तत्त की विचार करते हैं, इस करके गृहस्थी विच भी वो गुरमुखी हुंदे, निर्मल ही ने। सतगुर सेव सदा सुख पाया। जिन्हां सतगुरु की सेवा की, कहते गुरमुखो उन्हां सदैवी सुख प्राप्त किया, सदा दा सुख। हर राख्या और धारी। किवें? हर राख्या और धारी, और हिरदे नूं कहंदे जिन्हां ने अपने हिरदे च हरि नूं धारण करके रखिया, उन्हां नूं सदैवी सुख है। क्योंकि आपां आरंभ च बेनती की, परमात्मा दा स्वरूप ही सुख स्वरूप है। बस जिथे परमात्मा की याद वस गई, उत्थे सुख वस गया। यह मनुआ दै दिस धाम दा। कहंदे मन तां दसां दिशावां च भज्जा फिरदा भाई, बैठदा ही नहीं टेके। दूजा भाए खुआया। कहंदे बस इहदी दौड़ भज करके द्वैत भाव च लगा होण करके खुआर हुंदा मन, बहुत खुआरी हुंदी इहदे करके, क्योंकि भज्जा फिरदा, टिकदा नहीं है। बहुत वार तां महाराज की हजूरी च बैठिया भी मन होर ही किते तुरिया फिरदा हुंदा, भज्जा ही फिरदा। बस वो दुबधा मन च लगी होण करके कहंदे खुआरी हुंदी। फिर गुरमुखो यह मनुआ दैद सताम दा। दूजा भाए खुआया। मानमुख मुग्ध हर नाम न चेता। कहंदे मानमुख की मूर्ख की निशानी नाम नहीं जपेगा, हो नाम नहीं जपना। हुण मान लो भी अपने को 24 घंटे है एक दिन रात ते 24 घंटिया जे बंदा रसना ही ना सुची करे, किसी वेले भी कोई वाहिगुरू वाहिगुरू ना आखे, कोई मूल मंत्र ही ना पढ़े, दर्शन ही ना करे महाराज, मथा ही ना टेके, तो फिर गिनती की ना जाएगी। बस यही निशानी दसी। कहते मानमुख मुग्ध हर नाम ना चेता। मूर्ख मुग्ध कहते जड़ मूर्ख नूं, वड्डा मूर्खां दा जथेदार। कहते मन जिहड़ा ना जड़ मूर्ख, जिहड़ा मनमुख बंदा है, नाम नहीं जपेगा कदे भी। बस उन्हें कहना ना इहदे नाल की हो जांदा जी, सारी दुनिया खड़ी नाम जपदी पई, एवें गल्लां बणीਆਂ। बस कोई ना कोई बहाना बना लेना, नहीं जपना, जपना नहीं है। हालांकि नाम जपण ते किहड़ा खर्चा आउणा कोई अपना। मान लो जे बहुता नहीं, आप उस दिन भी विचार कीती सी भी भाई वीर सिंह जी ने लिखिया जे बहुता नहीं घट्टो घट गुरमुखो सिख सवेरे उठ के 5 मिनट सता परमात्मा नूं जपे तां ही सिख खवावे। गुर सतगुर का जो सिख खाए सो भलके उठ हर नाम ध्यावै। जे सिख खवाउंदा ते सवेरे उठ के घट्टो घट जपे, घट तो घट समा ही जपे, तां ही सिख खवा सकदा, नहीं ते नहीं। ते जे जपे ही ना ते इसलिए कहंदे गुरमुखो जीवन का मनोरथ परमेश्वर नूं जपना। मनमुख मुग्ध हर नाम न चेता, बिरथा जन्म गवाया। कहंदे सारा जन्म व्यर्थ चले गया, सारा जन्म। मान लो 100 साल किसी की उम्र है, अजकल औसत उम्र 100 साल हैगी नहीं, पर मान लो 100 साल बंदा जीविया
ਤੇ ਜੇ ਉਹਦੇ ਸਾਰੇ 100 ਸਾਲ ਦੇ ਦਿਨਾਂ 'ਚੋਂ ਆਪਾਂ ਇਹ ਗਿਣਤੀ ਵੇਖੀਏ ਵੀ ਇਹਨੇ ਸਾਰੀ ਜ਼ਿੰਦਗੀ 'ਚ ਜਪਜੀ ਸਾਹਿਬ ਕਿੰਨੀ ਵਾਰੀ ਪੜ੍ਹਿਆ, ਤੇ ਜਿਹਨੇ ਸਾਰੀ ਜ਼ਿੰਦਗੀ ਨਹੀਂ ਪੜ੍ਹਿਆ, ਮਹਾਰਾਜ ਕਹਿੰਦੇ ਮੂਰਖਾਂ ਦਾ ਲੀਡਰ ਜੇ ਇਹ ਜਥੇਦਾਰ ਆ ਮੂਰਖਾਂ ਦਾ, ਜਿਹਨੂੰ ਸਾਰੀ ਜ਼ਿੰਦਗੀ ਇਹ ਨਹੀਂ ਪਤਾ ਲੱਗਾ ਕਿ ਮਹਾਰਾਜ ਦਾ ਨਾਮ ਵੀ ਜਪਣਾ ਹੁੰਦਾ ਗੁਰਮੁਖੋ। ਮਨ ਮਹ ਮੁਗਧਰ ਨਾਮ ਨਾ ਚੇਤੈ ਬਿਰਥਾ ਜਨਮ ਗਵਾਇਆ, ਸਤਿਗੁਰ ਭੇਟੇ ਤਾਂ ਨਾ ਉਪਾਏ। ਗੁਰੂ ਸਾਹਿਬ ਜੀ ਨਾਲ ਮਿਲੇ ਤੇ ਫਿਰ ਨਾਮ ਦੀ ਪ੍ਰਾਪਤੀ ਹੁੰਦੀ। ਹਉਮੈ ਮੋਹ ਚੁਕਾਇਆ, ਕਹਿੰਦੇ ਹਉਮੈ ਨਾਸ ਹੋ ਜਾਂਦੀ, ਮੋਹ ਖਤਮ ਹੋ ਜਾਂਦਾ। ਹਰ ਜਨ ਸਾਚੇ ਸਾਚ ਕਮਾਵੈ, ਕਹਿੰਦੇ ਪ੍ਰਮਾਤਮਾ ਦੇ ਸੇਵਕਾਂ ਦੀ ਇਹ ਨਿਸ਼ਾਨੀ ਹੈ, ਉਹ ਸੱਚ ਦੀ ਕਮਾਈ ਕਰਦੇ, ਭਾਵ ਪ੍ਰਮਾਤਮਾ ਦੇ ਨਾਮ ਦੀ ਕਮਾਈ ਕਰਨਗੇ। ਗੁਰ ਕਾ ਸ਼ਬਦ ਵਿਚਾਰੀ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨਗੇ। ਸ਼ਬਦ ਦੀ ਵਿਚਾਰ ਕੀਤੇ ਸਾਧ ਸੰਗਤ ਜੀ ਅਸਲ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਮਹਾਰਾਜ ਜੀ ਨੇ ਉਪਦੇਸ਼ ਕੀ ਦਿੱਤਾ। ਦੋ ਗੱਲਾਂ ਹੁੰਦੀਆਂ, ਇੱਕ ਹੁੰਦਾ ਸ਼ਬਦ ਦਾ ਅਭਿਆਸ, ਇੱਕ ਹੁੰਦੀ ਸ਼ਬਦ ਦੀ ਵਿਚਾਰ। ਸ਼ਬਦ ਦਾ ਅਭਿਆਸ ਕਰਨ ਦਾ ਇੱਕ ਆਪਣਾ ਫਲ ਹੈ, ਵਿਚਾਰ ਕਰਨ ਦਾ ਆਪਣਾ ਫਲ ਹੈ। ਮੰਨ ਲਓ ਆਪਾਂ ਸ਼ਬਦ ਦੀ ਵਿਚਾਰ ਨਹੀਂ ਕੀਤੀ, ਪਰ ਅਭਿਆਸ ਬਹੁਤ ਕੀਤਾ ਕਿਸੇ ਇੱਕ ਸ਼ਬਦ ਦਾ, ਉਹਦਾ ਬਹੁਤ ਫਲ ਮਿਲੇਗਾ, ਉਹਦਾ ਆਪਣਾ ਫਲ ਹੈ, ਅਭਿਆਸ ਦਾ ਫਲ ਮਿਲਣਾ। ਪਰ ਸ਼ਬਦ ਦੀ ਵਿਚਾਰ ਕਰਨ ਕਰਕੇ ਇੰਨਾ ਕੁ ਪਤਾ ਲੱਗਦਾ ਵੀ ਮਹਾਰਾਜ ਜੀ ਨੇ ਉਪਦੇਸ਼ ਕੀ ਦਿੱਤਾ ਸੀ ਗੁਰਮੁਖੋ, ਗੁਰੂ ਸਾਹਿਬ ਜੀ ਦਾ ਹੁਕਮ ਕੀ ਹੈ ਸਾਡੇ ਲਈ। ਉਹ ਵਿਚਾਰ ਕਰਨ ਵਾਸਤੇ ਮਹਾਰਾਜ ਜੀ ਨੇ ਕਥਾ ਦੀ ਮਰਿਆਦਾ ਤੋਰੀ। ਕਥਾ ਵਿੱਚ ਸ਼ਬਦ ਦੀ ਵਿਚਾਰ ਹੋਵੇਗੀ, ਉਪਦੇਸ਼ ਦਾ ਪਤਾ ਲੱਗੇਗਾ। ਤੇ ਸ਼ਬਦ ਦਾ ਅਭਿਆਸ ਉਹ ਇੱਕ ਵੱਖਰੀ ਚੀਜ਼ ਹੈ। ਸ਼ਬਦ ਦਾ ਅਭਿਆਸ ਅਨਪੜ੍ਹ ਬੰਦਾ ਵੀ ਕਰ ਸਕਦਾ, ਵਿਚਾਰ ਅਨਪੜ੍ਹ ਬੰਦਾ ਨਹੀਂ ਕਰ ਸਕਦਾ। ਵਿਚਾਰ ਬ੍ਰਹਮ ਵਿਦਿਆ ਦੀ ਕਰਨੀ ਤੇ ਬ੍ਰਹਮ ਵਿਦਿਆ ਪੜ੍ਹਨੀ ਪਵੇਗੀ। ਜਿੰਨੀ ਦੇਰ ਆਪਾਂ ਪੜਾਂਗੇ ਨਹੀਂ, ਬ੍ਰਹਮ ਵਿਦਿਆ ਦੀ ਪੜ੍ਹਾਈ ਨਹੀਂ ਕਰਾਂਗੇ, ਆਪਾਂ ਮਹਾਰਾਜ ਦੇ ਸ਼ਬਦ ਦੀ ਵਿਚਾਰ ਨਹੀਂ ਕਰ ਸਕਾਂਗੇ। ਮੰਨ ਲਓ ਜਪਜੀ ਸਾਹਿਬ ਆਪਾਂ ਪੜ੍ਹਿਆ, ਉਹਦੇ 'ਚ ਪੰਕਤੀ ਆ ਗਈ, ਤੀਰਥ ਨਾਵਾ ਜਿਤ ਸੁਭਾਵਾ ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿੱਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ। ਭਾਵੇਂ ਬੰਦੇ ਨੇ ਡਬਲ ਐਮਏ ਕੀਤੀ ਹੋਵੇ, PhD ਕੀਤੀ ਹੋਵੇ, ਉਹਨੂੰ ਪੁੱਛੋ ਇਹਦਾ ਕੀ ਅਰਥ ਹੈ, ਨਹੀਂ ਆਵੇਗਾ, ਬਿਲਕੁਲ ਨਹੀਂ ਆਵੇਗਾ। ਕਿਉਂ? ਬ੍ਰਹਮ ਵਿਦਿਆ ਇੱਕ ਵੱਖਰੀ ਚੀਜ਼ ਹੈ। ਬ੍ਰਹਮ ਵਿਦਿਆ ਪ੍ਰਾਪਤ ਕੀਤੀ ਹੋਵੇਗੀ ਤੇ ਸ਼ਬਦ ਦੀ ਵਿਚਾਰ ਕਰ ਸਕੇਗਾ, ਨਹੀਂ ਤੇ ਨਹੀਂ। ਪਰ ਸ਼ਬਦ ਦਾ ਅਭਿਆਸ ਜਿਹੜਾ ਮਰਜ਼ੀ ਕਰ ਸਕਦਾ, ਅਨਪੜ੍ਹ ਬੰਦਾ ਵੀ ਕਰ ਸਕਦਾ, ਉਨਾ ਹੀ ਫਲ ਮਿਲੇਗਾ ਉਹਨੂੰ। ਇਸੇ ਲਈ ਮਹਾਰਾਜ ਨੇ ਆਖਿਆ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵੈ। ਜਿਹੜਾ ਮਹਾਰਾਜ ਨੂੰ ਧਿਆਵੇਗਾ, ਉਹ ਭਾਵੇਂ ਵਿਦਵਾਨ ਹੈ, ਪੜ੍ਹਿਆ ਲਿਖਿਆ, ਤੇ ਭਾਵੇਂ ਬਿਲਕੁਲ ਅਨਪੜ੍ਹ ਹੈ, ਉਹ ਪ੍ਰਮਾਤਮਾ ਨੂੰ ਪ੍ਰਾਪਤ ਕਰੇਗਾ ਹੀ ਕਰੇਗਾ। ਇਹ ਅਭਿਆਸ ਦਾ ਫਲ ਹੈ। ਪਰ ਵਿਚਾਰ ਇੱਕ ਡਿਫਰੈਂਟ ਚੀਜ਼ ਹੈ। ਸ਼ਬਦ ਦੀ ਵਿਚਾਰ ਕਰਨੀ, ਇਹ ਵੇਖਣ ਵਾਸਤੇ ਮਹਾਰਾਜ ਨੇ ਉਪਦੇਸ਼ ਕੀ ਦਿੱਤਾ। ਮੰਨ ਲਓ ਜੀਵਨ ਜਾਚ ਜਾਣਨ ਵਾਸਤੇ ਸ਼ਬਦ ਦੀ ਵਿਚਾਰ ਕਰ ਲੈਣੀ ਜਾਂ ਸੁਣ ਲੈਣੀ, ਪਰ ਅਭਿਆਸ ਉਹਦਾ ਇੱਕ ਵੱਖਰਾ ਫਲ। ਆਪੇ ਮੇਲ ਲਏ ਪ੍ਰਭ ਸੱਚ ਸਾਚ ਰੱਖਿਆ ਔਰ ਧਾਰੀ, ਕਹਿੰਦੇ ਜਿਨ੍ਹਾਂ ਨੇ ਸੱਚ ਨੂੰ ਹਿਰਦੇ 'ਚ ਧਾਰਨ ਕਰਕੇ ਰੱਖਿਆ, ਆਪੇ ਹੀ ਪ੍ਰਮਾਤਮਾ ਉਹਨਾਂ ਨੂੰ ਮੇਲ ਲੈਂਦਾ ਆਪਣੇ ਨਾਲ, ਉਹਨਾਂ ਨੂੰ ਖੇਚਲ ਨਹੀਂ ਕਰਨੀ ਪੈਂਦੀ। ਫਿਰ ਜਿਵੇਂ ਕਬੀਰ ਸਾਹਿਬ ਨੇ ਆਖਿਆ ਨਾ, ਪਾਛੋ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਕਹਿੰਦੇ ਕਬੀਰ ਸਾਹਿਬ ਕਹਿੰਦੇ ਮੈਂ ਅੱਗੇ ਅੱਗੇ ਤੁਰਿਆ ਫਿਰਦਾ, ਪ੍ਰਮਾਤਮਾ ਪਿੱਛੇ ਪਿੱਛੇ ਆਈ ਜਾਂਦਾ ਮੇਰੇ, ਆਵਾਜ਼ਾਂ ਮਾਰਦਾ, ਕਬੀਰ ਗੱਲ ਸੁਣ ਲਾ ਭਾਈ, ਖੜ ਜਾ, ਮੈਨੂੰ, ਮੈਂ ਤੇਰੇ ਪਿੱਛੇ ਆ ਰਿਹਾ। ਪਾਛੇ ਲਾਗੋ ਹਰ ਫਿਰੇ, ਇਹ ਕਮਾਲ ਦੀ ਗੱਲ ਹੈ ਨਾ। ਦੁਨੀਆ ਪ੍ਰਮਾਤਮਾ ਦੇ ਪਿੱਛੇ ਤੁਰੀ ਫਿਰਦੀ, ਕਬੀਰ ਸਾਹਿਬ ਕਹਿੰਦੇ ਉਹ ਰੱਬ ਮੇਰੇ ਪਿੱਛੇ ਤੁਰਿਆ ਫਿਰਦਾ। ਕਿਉਂ? ਕਿਉਂਕਿ ਵਸ ਕਰ ਲਿਆ ਉਹਨੂੰ ਜਪਣ ਕਰਕੇ। ਆਪੇ ਮੇਲ ਲਏ ਪ੍ਰਭ ਸੱਚ ਸਾਚ ਰੱਖਿਆ ਉਤਾਰੀ, ਕਹਿੰਦੇ ਉਹਨਾਂ ਨੂੰ ਗੁਰਮੁਖਾਂ ਨੂੰ ਤਾਂ ਆਪ ਮੇਲ ਲੈਂਦਾ ਪ੍ਰਮਾਤਮਾ। ਨਾਨਕ ਨਾਵੋ ਗਤ ਮਤ ਪਾਈ ਇਹ ਰਾਸ ਹਮਾਰੀ, ਕਹਿੰਦੇ ਸਭ ਤੋਂ ਵਧੀਆ ਜਿਹੜੀ ਪੂੰਜੀ ਹੈ ਨਾ ਸਾਡੇ ਕੋਲੇ, ਰਾਸ ਦਾ ਅਰਥ ਹੁੰਦਾ ਪੂੰਜੀ, ਜਮਾ, ਜੋ ਡਿਪੋਜ਼ਿਟ ਹੈ ਆਪਣੇ ਕੋਲੇ। ਕਹਿੰਦੇ ਸਭ ਤੋਂ ਵਧੀਆ ਰਾਸ ਸਾਡੇ ਕੋਲ ਇਹ ਹੈ, ਨਾਨਕ ਨਾਵੋ ਗਤ ਮਤ ਪਾਈ। ਕਹਿੰਦੇ ਨਾਮ ਜਪਣ ਕਰਕੇ ਅਸੀਂ ਸ੍ਰੇਸ਼ਟ ਮਤ ਪ੍ਰਾਪਤ ਕੀਤੀ, ਉਹ ਸ੍ਰੇਸ਼ਟ ਮਤ ਕਰਕੇ ਸਾਨੂੰ ਗਤੀ ਦੀ ਪ੍ਰਾਪਤੀ ਹੋਈ, ਮੁਕਤ ਹੋ ਗਏ, ਬੰਧਨਾਂ ਤੋਂ ਖਲਾਸੀ ਹੋ ਗਈ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਸ ਸ਼ਬਦ ਵਿੱਚ ਕਿਰਪਾ ਕੀਤੀ ਹੈ। ਅਗਲਾ ਸ਼ਬਦ ਆਪਾਂ ਕੱਲ ਸਵੇਰ ਨੂੰ ਫਿਰ ਵਿਚਾਰਾਂਗੇ, ਜਿਵੇਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਧੰਨ ਗੁਰੂ ਅਮਰਦਾਸ ਮਹਾਰਾਜ
ਰਹਿਮਤ ਕਰਨ। ਆਪਾਂ ਕੁਝ ਨਾਮ ਜਪਿਆ ਕਰੀਏ, ਮਹਾਰਾਜ ਜੀ ਦੇ ਦਰਸ਼ਨ ਕਰਨੇ, ਮੱਥਾ ਟੇਕਣਾ, ਸੇਵਾ ਕਰਨੀ, ਇਹ ਸਾਡੇ ਭਲੇ ਵਾਸਤੇ ਹੈ। ਗੁਰੂ ਸਾਹਿਬ ਜੀ ਨੇ ਸਾਰੀ ਮਰਿਆਦਾ ਚਲਾਈ। ਸੋ ਸਤਿਗੁਰੂ ਜੀ ਰਹਿਮਤ ਕਰਨ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਲੇਖਾ ਕਤੇ ਨਾ ਛੂਟੀ ਹੈ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਪੁਰੀਆ, ਸ਼ਬਦ ਗਾਵ